ਜਾਖੜ ਸਾਹਿਬ ਜਦੋਂ ਇੱਕ ਕੁਰਸੀ ਲੈਣੀ ਹੋਵੇ ਨਾ ਤਾਂ ਬੜੇ ਗੇੜੇ ਕੱਢਣੇ ਪੈਂਦੇ ਨੇ। ਤੁਸੀਂ ਕਿੰਨੇ ਕੁ ਲੋਕਾਂ ਦੇ ਹਾੜੇ ਕੱਢੇ, ਕਿੰਨੇ ਕੁ ਗੇੜੇ ਤੁਸੀਂ ਮਾਰੇ? ਪੰਜਾਬ ਦੇ ਲੋਕ ਤਵੱਕੋ ਤੁਹਾਡੇ ਤੋਂ ਰੱਖਣ ਕਿ ਜਾਖੜ ਸਾਹਿਬ ਇੱਕ ਠੋਕ ਕੇ ਪੰਜਾਬ ਦੇ ਨਾਲ ਖੜੇ ਨੇ ਹਰ ਮੁੱਦੇ ਦੇ ਉੱਤੇ। ਤੁਸੀਂ ਜਾਓਗੇ ਕੇਂਦਰ ਦੇ ਮੂਹਰੇ ਇਹ ਗੁਹਾਰ ਤੁਸੀਂ ਲਾਓਗੇ ਪੰਜਾਬ ਦੇ ਲਈ ਕਿ ਭਾਈ ਪੰਜਾਬ ਨੂੰ ਬਣਦਾ ਮਾਨਤਾ ਦਿਓ, ਪੈਸੇ ਦਿਓ। ਆ 218 ਕਰੋੜ ਰੁਪਏ ਤਾਂ ਮੰਗੇ ਹੀ ਨਹੀਂ ਹੋਣੇ, ਭਗਵੰਤ ਮਾਨ ਜੀ ਨੇ ਆ ਗਏ, ਇਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ। ਪੰਜਾਬ ਦੇ ਵਿੱਚ ਨਾ ਪੰਜਾਬੀ ਜਿਹੜੇ ਨੇ ਉਹ ਜ਼ਿਆਦਾਤਰ ਇੱਕ ਪਰਸੈਪਸ਼ਨ ਬੀਜੇਪੀ ਦੇ ਬਾਰੇ ਬਣੀ ਹੋਈ ਹੈ ਕਿ ਬੀਜੇਪੀ ਉਹ ਐਂਟੀ ਮਿਨੋਰਟੀਜ਼ ਹੈ ਤੇ ਐਂਟੀ ਕਿਸਾਨ ਹੈ। ਇਸ ਪਰਸੈਪਸ਼ਨ ਨੂੰ ਤੁਸੀਂ ਕਿਵੇਂ ਤੋੜੋਗੇ? ਸੁਨੀਲ ਜਾਖੜ ਕੋਲ ਤਾਂ ਵਾਹਿਗੁਰੂ ਦਾ ਆਸ਼ੀਰਵਾਦ ਹੈ ਤੇ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਸਾਨੂੰ ਪੰਜਾਬੀਆਂ ਨੇ ਇੰਨਾ ਕੁ ਪਿਆਰ ਮਾਣ ਸਤਿਕਾਰ ਦਿੱਤਾ ਅਨੰਦਪ੍ਰੀਤ ਜੀ, ਕਈ ਇਸ ਜਨਮ ਤੱਕ ਹੀ ਕਈ ਜਨਮਾਂ 'ਚ ਨਹੀਂ ਮੋੜ ਸਕਦੇ। ਆਹੀ ਮੇਰੇ ਖਿਆਲ 'ਚ ਸਾਡੇ ਬੀਜੇਪੀ ਦੇ ਲੀਡਰਾਂ ਨੇ ਦੇਖਿਆ ਹੋਣਾ ਵੀ ਪਾਰਟੀ ਕੋਈ ਰਵੇ, ਆ ਬੰਦੇ ਦੇ ਦਿਲ ਦੇ ਅੰਦਰ ਪੰਜਾਬ ਬੋਲਦਾ ਹੈ, ਪੰਜਾਬ ਦੀ ਰੂਹ ਬੋਲਦੀ ਹੈ, ਪੰਜਾਬ ਦੀ ਗੱਲ ਕਰਦਾ ਹੈ। ਸੁਨੀਲ ਪੰਜਾਬੀ ਹੈ ਸਾਹਿਬ। ਆਮ ਮੈਂ ਪ੍ਰਾਊਡ ਇੰਡੀਅਨ, ਮੈਨੂੰ ਹਿੰਦੁਸਤਾਨੀ ਹੋਣ ਦਾ ਮਾਣ, ਉਸ ਤੋਂ ਵੀ ਵੱਡਾ ਮਾਣ ਹੈ ਵੀ ਮੈਂ ਇੱਕ ਪੰਜਾਬੀ ਹਾਂ ਸਾਹਿਬ। ਮੈਂ ਛਾਤੀ ਠੋਕ ਕੇ ਕਹਿ ਸਕਦਾ ਤੇ ਜਿਵੇਂ ਮੈਂ ਕਹਿੰਦਾ ਪੰਜਾਬ ਦੀ ਗੱਲ ਵਾਸਤੇ ਪੂਰਾ ਠੋਕ ਕੇ ਗੱਲ ਕਰਾਂਗੇ, ਪੰਜਾਬ ਦੇ ਹੱਕਾਂ 'ਤੇ ਪਹਿਰਾ ਦੇਵਾਂਗੇ, ਪੰਜਾਬ ਦੀ ਗੱਲ ਕੋਈ ਵੀ ਕਰੂਗਾ ਉਹਦੇ ਨਾਲ ਖੜ ਕੇ ਕਰਾਂਗੇ। ਪਰ ਪੰਜਾਬ ਕੰਨੀ ਅਗਰ ਕੋਈ ਪੰਜਾਬ ਨੂੰ ਸਾਡੇ ਭਾਈਚਾਰਕ ਸਾਂਝ ਦੇ ਉੱਤੇ ਗੁਰੂ ਮਹਾਰਾਜ ਨੇ ਸਾਨੂੰ ਬਾਬੇ ਨਾਨਕ ਨੇ ਜਿਹੜੀ ਸੇਧ ਦਿੱਤੀ ਹੈ ਉਹਦੇ ਤੋਂ ਕੋਈ ਟਾਲ ਕੇ ਤੇ ਇੱਥੇ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦਾ ਸਾਹਿਬ, ਉਹਦਾ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਸਿਆਸਤ ਕਦੋਂ ਤੁਹਾਨੂੰ ਇਸ ਤਰੀਕੇ ਦੇ ਨਾਲ ਤੰਗ ਕਰਦੇ ਕਿ ਤੁਸੀਂ ਕਹੋ ਵੀ ਮੈਂ ਸਿਆਸਤ ਤੋਂ ਬਾਹਰ ਹੋਣਾ ਹੈ, ਤੇ ਕਦੋਂ ਸਿਆਸਤ ਤੁਹਾਨੂੰ ਆਪ ਮੁਹਾਰੇ ਦੁਬਾਰਾ ਫਿਰ ਸਿਆਸੀਪਨ ਦੇ ਵਿੱਚ ਖਿੱਚ ਲਵੇ, ਇੱਕ ਸਿਆਸੀ ਰੰਗ ਦੇ ਵਿੱਚ ਰੰਗ ਦੇਵੇ, ਇਹ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਨਹੀਂ ਸ਼ਾਇਦ ਪਤਾ ਲੱਗਦਾ। ਕਿਉਂਕਿ ਸੁਨੀਲ ਜਾਖੜ ਸਾਹਿਬ ਪੰਜਾਬ ਬੀਜੇਪੀ ਪ੍ਰਧਾਨ, ਨਵਾਂ ਅਹੁਦਾ, ਨਵੀਂ ਜ਼ਿੰਮੇਵਾਰੀ ਹੈ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਭਾਜਪਾ ਪੰਜਾਬ ਨੂੰ ਕਿਸ ਤਰੀਕੇ ਨਾਲ ਦੇਖ ਰਹੀ ਹੈ, ਜਾਖੜ ਸਾਹਿਬ ਕਿਹੜੇ ਨਜ਼ਰੀਏ ਨਾਲ ਹੁਣ ਪੰਜਾਬ ਨੂੰ ਦੇਖਣਗੇ, ਕਿ ਪੰਜਾਬ ਨੂੰ ਜਿਹੜੀ ਬੇੜੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਉਹ ਪਾਰ ਲਾ ਸਕਣਗੇ ਜਾਂ ਨਹੀਂ। ਜਾਖੜ ਸਾਹਿਬ, ਪ੍ਰਾਈਮ ਏਸ਼ੀਆ ਟੀਵੀ ਨੂੰ ਸਮਾਂ ਦਿੱਤਾ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਨੰਦਪ੍ਰੀਤ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਮੌਕਾ ਦਿੱਤਾ, ਤੁਹਾਡੇ ਰਾਹੀਂ ਆਪਣੇ ਸਾਰੇ ਸਰੋਤਿਆਂ ਨਾਲ ਗੱਲ ਕਰਨ ਦਾ। ਦੇਸ਼ ਵਿਦੇਸ਼ ਸਾਰੇ ਤੁਹਾਡੇ ਸਰੋਤਾ ਬੈਠੇ ਆ, ਉਹਨਾਂ ਨੂੰ ਵੀ ਮੇਰਾ ਸਤਿ ਸ਼੍ਰੀ ਅਕਾਲ। ਜਾਖੜ ਸਾਹਿਬ, ਸਿਆਸਤ ਨੂੰ ਤਾਂ ਤੁਸੀਂ ਅਲਵਿਦਾ ਆਖ ਦਿੱਤਾ ਸੀ, ਬਾਏ ਬਾਏ ਆਖ ਦਿੱਤਾ ਸੀ। ਇਹ ਫਿਰ ਤੁਸੀਂ ਸੋਚ ਕੇ ਕਰਿਆ ਸੀ ਇੱਦਾਂ ਵੀ ਇੱਕ ਵਾਰੀ ਬਾਏ ਬਾਏ ਕਰ ਦਈਏ, ਜਾਂ ਫਿਰ ਤੁਸੀਂ ਸੋਚਿਆ ਨਹੀਂ ਸੀ, ਬਾਅਦ ਦੇ ਵਿੱਚ ਇਹ ਆਪ ਮੁਹਾਰੇ ਹੁੰਦਾ ਗਿਆ, ਜਾਂ ਫਿਰ ਹੁਣ ਕੁਝ ਹੋਰ ਡੈਸਟਨੀ ਹੈ ਜਿਹੜੀ ਜਾਖੜ ਸਾਹਿਬ ਚਾਹੁੰਦੇ ਨੇ? ਵਾਹਿਗੁਰੂ ਦੀ ਖੇਡਾਂ ਸਾਹਿਬ। ਉਹਨਾਂ ਨੇ ਪਹਿਲਾਂ ਉਹਨਾਂ ਦੀ ਬਖਸ਼ਿਸ਼ ਹੋਈ, ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਹਦੇ ਬਾਅਦ ਜੋ ਹਾਲਾਤ ਬਣੇ ਹੈ ਉਹ ਵੀ ਮੈਂ ਹੀ ਸਮਝ ਸਕਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਆ ਕੋਈ ਐਡਾ ਵੱਡਾ ਜਦੋਂ ਤਿਆਗਤਾ ਸੀਗਾ, ਉਹ ਤਿਆਗਣ ਦੇ ਕਾਰਨ ਵੀ ਰਾਜਨੀਤੀ ਤੋਂ ਅਲਵਿਦਾ ਕਹਿਤਾ ਸੀ ਇਸ ਕਰਕੇ, ਕਿਉਂਕਿ ਸਾਡੇ ਵਾਲੇ ਜਿਹੜੇ ਛੋਟੇ ਸੋਚ ਦੇ ਲੋਕ ਸੀਗੇ, ਕੁਝ ਦਿੱਲੀ ਬੈਠੇ ਸੀਗੇ, ਕੁਛ ਇੱਥੇ ਚੰਡੀਗੜ੍ਹ 'ਚ ਬੈਠੇ ਸੀਗੇ, ਸਾਡੇ ਬਰਾਬਰ ਕੁਲੀਗ ਜਿਨ੍ਹਾਂ ਨੂੰ ਅਸੀਂ ਭਰਾਵਾਂ ਵਾਂਗੂ ਸਮਝਿਆ, ਵਰਤਿਆ ਉਹਨਾਂ ਨਾਲ ਸਾਰੀ ਉਮਰ, ਉਹ ਜਦੋਂ ਕਹਿਣ ਲੱਗੇ ਵੀ ਸੁਨੀਲ ਜਾਖੜ ਤਾਂ ਜੇ ਬਣ ਗਿਆ ਤਾਂ ਪੰਜਾਬ 'ਚ ਅੱਗ ਲੱਗ ਜੂਗੀ। ਤੇ ਇਸ ਕਰਕੇ ਮੈਂ ਕਿਹਾ ਵੀ ਮੁੜ ਕੇ ਵੀ ਚਲੋ ਅੱਜ ਕੌਣ ਕੀ ਬਣਦਾ ਕਿ ਨਹੀਂ ਬਣਦਾ ਕੋਈ ਗੱਲ ਨਹੀਂ, ਪਰ ਜੇ ਵਰਤਣਾ ਤਾਂ ਇਹਨਾਂ ਲੋਕਾਂ ਨਾਲ ਹੀ ਹੈ ਜਿਸ ਘਰ 'ਚ ਆਪਸ 'ਚ ਐਡਾ ਆਪਸ 'ਚ ਜ਼ਹਿਰ ਹੋਏ ਉਹਨਾਂ ਦੇ ਮਨ ਦੇ ਅੰਦਰ, ਤੇ ਉਹਦੇ ਨਾਲੋਂ ਬਿਹਤਰ ਸੀ ਮੈਂ ਪਾਸੇ ਹੋ ਜਾ। ਤੇ ਮੈਂ ਉਹਨਾਂ ਨੂੰ ਕਹਿ ਤਾ, ਪਰ ਇਕੱਲੇ ਛੋਟੀ ਸੋਚ ਨਹੀਂ, ਮੈਂ ਤਾਂ ਮੇਰੀ ਗਲਤੀ ਰਹਿ ਗਈ। ਮੈਂ ਆਪਣੇ ਜਿਹੜੇ ਸਾਥੀ ਸੀ ਜਾਂ ਸੋ ਕਾਲਡ ਜਿਹੜੇ ਮੇਰੇ, ਮੈਂ ਉਹਨਾਂ ਨੂੰ ਭਰਾਵਾਂ ਵਾਂਗੂ ਵਰਤਿਆ, ਮੈਂ ਉਹਨਾਂ ਨੂੰ ਸਮਝਣ 'ਚ ਗਲਤੀ ਖਾ ਗਿਆ, ਕਿਤੇ ਉਹਨਾਂ ਦੀ ਅੰਦਰ ਦੀ ਨੀਤ ਸਮਝ ਨਹੀਂ ਸਕਿਆ। ਪਰ ਉੱਤੇ ਬੈਠੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹ ਪੰਜਾਬੀਅਤ ਨਹੀਂ ਸਮਝ ਸਕੀ, ਉਹ ਸਾਡੇ ਪੰਜਾਬ ਦਾ DNA ਨਹੀਂ ਸਮਝ ਸਕੀ ਵੀ ਪੰਜਾਬੀ ਜਿਹੜੇ ਆ ਬਾਕੀ ਤਾਂ ਸਾਰਾ ਕੁਝ ਚੱਲ ਲੈਣਗੇ। ਜਦੋਂ ਤੁਸੀਂ ਵੰਗਾਰੋਗੇ ਨਾ ਸਾਹਿਬ, ਫਿਰ ਵੰਗਾਰਨ ਦੇ ਬਾਅਦ ਜੇ ਤੁਸੀਂ ਨੋਟਿਸ ਦੇ ਕੇ ਇੱਕ ਬੰਦੇ ਨੇ ਜਿਹਨੇ 50 ਸਾਲ ਤੁਹਾਡੀ ਪਾਰਟੀ ਦੇ ਵਿੱਚ ਆਪਣਾ ਜੀ ਜਾਨ ਸਾਰਾ ਲਾਤਾ, ਉਹਨੂੰ ਤੁਸੀਂ ਨੁਕਤਾਚੀਨੀ ਕਰ ਰਹੇ ਹੋ, ਉਹਨੂੰ ਸਵਾਲ ਪੁੱਛੀ ਜਾਂਦੇ ਹੋ। ਸਭ ਉਸ ਮਸਲੇ ਦੇ ਅੰਦਰ ਆ ਜਿਹੜਾ ਹੈ ਅੱਜ ਤੁਸੀਂ ਦੇਖ ਰਹੇ ਹੋ ਵੀ ਜੋ ਫੈਸਲਾ ਉਸ ਟਾਈਮ ਲਿਆ, ਇਸ ਕਰਕੇ ਲਿਆ
ਵੀ ਇਹਨਾਂ ਲੋਕਾਂ ਨੂੰ ਅਜੇ ਪੰਜਾਬ ਦੀ ਸਮਝ ਹੀ ਨਹੀਂ। ਜਿਹੜੇ ਲੋਕ ਇੱਥੇ ਸਾਡੇ ਭਾਈਚਾਰਕ ਸਾਂਝ ਦੇ ਉੱਤੇ ਮਾੜੀ ਅੱਖ ਜਿਹੜੇ ਲੀਡਰ ਲਾਈ ਬੈਠੇ ਹੈ, ਤੇ ਜਿਨ੍ਹਾਂ ਨੂੰ ਪੰਜਾਬੀਆਂ ਦੀ ਅਣਖ ਦਾ ਹੀ ਨਹੀਂ ਪਤਾ ਵੀ ਅਣਖ ਨੂੰ ਜਦੋਂ ਵੰਗਾਰਤਾ ਉਹਦੇ ਬਾਅਦ ਤਾਂ ਪੰਜਾਬੀ ਫਿਰ ਟਲਦਾ ਨਹੀਂ। ਜੋ ਤਾਂ ਅੱਜ ਮੈਂ ਜਿੰਦਾ ਜਾਗਦਾ ਬੈਠਾ ਸੀ, ਮੈਂ ਹੋ ਸਕਦਾ ਕਬਰ ਚੋਂ ਨਿਕਲ ਕੇ ਆ ਜਾਂਦਾ ਜੇ ਕਿਤੇ ਇਹਨਾਂ ਨੇ ਇਸ ਕਿਸਮ ਦੀ ਮੇਰੇ ਨਾਲ ਵਰਤਾਰਾ ਕੀਤਾ ਹੁੰਦਾ ਤਾਂ। ਆਹ ਕਾਰਨ ਬਣੇ ਅਨੰਦਪ੍ਰੀਤ ਜੀ। ਉਸ ਕਰਕੇ ਮੈਂ ਵਾਹਿਗੁਰੂ ਦੇ ਛੱਡਦਾ। ਵਾਹਿਗੁਰੂ ਨੇ ਇੱਕ ਵਾਰੀ ਫੇਰ ਸ਼ਾਇਦ ਵੀ ਅਜੇ ਸੁਨੀਲ ਰਿਟਾਇਰ ਹੋਣ ਦਾ ਮੌਕਾ ਨਹੀਂ, ਕਿਹੜਾ ਦੋ ਹੱਥ ਕਰਨੇ ਪੈਣਗੇ। ਜਾਖੜ ਸਾਹਿਬ ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੋਲ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਸੀਗੀ? ਸਿਆਸਤ ਤੋਂ ਤੁਸੀਂ ਅਲਵਿਦਾ ਆਖ ਦਿੱਤਾ ਤੇ ਤੁਸੀਂ ਉੱਦਾਂ ਵੀ ਜੋ ਤੁਹਾਡੇ ਨਾਲ ਰਸਮੀ ਤੇ ਗੈਰ ਰਸਮੀ ਗੱਲਬਾਤ ਹੁੰਦੀ ਸੀ, ਤੁਸੀਂ ਕਿਹਾ ਸੀ ਵੀ ਚਲੋ ਠੀਕ ਹੈ ਜੋ ਕਰ ਲਿਆ ਬਹੁਤ ਹੈ ਸਿਆਸਤ ਦੇ ਵਿੱਚ, ਹੁਣ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ, ਜੋ ਹੁੰਦਾ ਹੋਈ ਜਾਵੇ। ਫਿਰ ਇਹ ਤੁਹਾਡਾ ਕਿਵੇਂ ਸੀਗਾ? ਕਿਉਂਕਿ ਇੱਕ ਪਾਸੇ ਤੁਹਾਡੀ ਉਹ ਪੁਰਾਣੀ ਪਾਰਟੀ ਹੈ, ਉਹ ਇਸ ਵੇਲੇ ਬਿਜ਼ਨਸ ਦੇ ਚੱਕਰਾਂ 'ਚ ਉਹ ਇਕੱਠੀ ਹੋਈ ਫਿਰਦੀ ਹੈ ਤੇ ਮਸਹੂਸੀ ਜੇ ਫਿਰਦੇ ਨੇ ਉਹ ਸਾਰੇ ਲੀਡਰ। ਦੂਸਰੇ ਪਾਸੇ ਤੁਸੀਂ ਇੱਕ ਵੱਡੀ ਪਾਰਟੀ ਦੇ ਨਾਲ ਇੱਕ ਵੱਡੀ ਕੁਰਸੀ ਗ੍ਰਹਿਣ ਕਰ ਰਹੇ ਸੀ, ਉਹਦਾ ਸੰਭਾਲ ਰਹੇ ਸੀਗੇ। ਇਹ ਦੋਨਾਂ ਪਰਿਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਿਆ ਕਿ ਤੁਹਾਨੂੰ ਲੱਗ ਰਿਹਾ ਸੀਗਾ ਕਿ ਇੱਕ ਬਹੁਤ ਵੱਡਾ ਸ਼ਿਫਟ ਹੈ? ਇੱਕ ਉਹ ਸਮਾਂ ਸੀਗਾ ਜਦੋਂ ਜਾਖੜ ਸਾਹਿਬ ਨੂੰ ਵੱਡੀ ਕੁਰਸੀ ਮਿਲਦੀ ਰਹੇਗੀ, ਤੇ ਹੁਣ ਇੱਕ ਇਹ ਸੀਗਾ ਕਿ ਉਹ ਭਾਲ ਦੇ ਵਿੱਚ ਨੇ, ਉਹ ਬਚਦੇ ਫਿਰ ਰਹੇ ਨੇ, ਤੇ ਦੂਸਰੀ ਪਾਸੇ ਤੁਸੀਂ ਇੱਕ ਉਹਦਾ ਸੰਭਾਲ ਰਹੇ ਹੋ। ਤੁਸੀਂ ਕਿਹਾ ਅਨੰਦਪ੍ਰੀਤ ਜੀ ਵੀ ਸੁਨੀਲ ਜਾਖੜ ਕੋਲ ਕਿਹੜੀ ਗਿੱਦੜ ਸਿੰਘੀ ਹੈ? ਸੁਨੀਲ ਜਾਖੜ ਕੋਲ ਤਾਂ ਵਾਹਿਗੁਰੂ ਦਾ ਆਸ਼ੀਰਵਾਦ ਹੈ ਤੇ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਸਭ ਪੰਜਾਬੀਆਂ ਨੇ ਇੰਨਾ ਕੁ ਪਿਆਰ ਮਾਣ ਸਤਿਕਾਰ ਦਿੱਤਾ ਅਨੰਦਪ੍ਰੀਤ ਜੀ, ਕਈ ਇਸ ਜਨਮ ਤੱਕ ਹੀ ਕਈ ਜਨਮਾਂ 'ਚ ਨਹੀਂ ਮੋੜ ਸਕਦੇ। ਆਹੀ ਮੇਰੇ ਖਿਆਲ 'ਚ ਸਾਡੇ ਬੀਜੇਪੀ ਦੇ ਲੀਡਰਾਂ ਨੇ ਦੇਖਿਆ ਹੋਣਾ ਵੀ ਪਾਰਟੀ ਕੋਈ ਰਵੇ, ਆ ਬੰਦੇ ਦੇ ਦਿਲ ਦੇ ਅੰਦਰ ਪੰਜਾਬ ਬੋਲਦਾ ਹੈ, ਪੰਜਾਬ ਦੀ ਰੂਹ ਬੋਲਦੀ ਹੈ, ਪੰਜਾਬ ਦੀ ਗੱਲ ਕਰਦਾ ਹੈ। ਇਸ ਕਰਕੇ ਇਹਨਾਂ ਨੇ ਐਡੀ ਵੱਡੀ ਜ਼ਿੰਮੇਵਾਰੀ ਦੇਤੀ। ਤੇ ਜਿਹੜੇ ਭੁਗਤ ਰਹੇ ਹੈ, ਜਿਹੜੇ ਭੁਗਤਣਗੇ, ਜਿਹੜੇ ਭੁਗਤਣ ਤੋਂ ਭੱਜ ਰਹੇ ਹੈ, ਉਹ ਜਾਣ ਜੀ ਉਹਨਾਂ ਨੇ ਜੋ ਕੁਝ ਕੀਤਾ ਸਾਹਮਣੇ ਆਊਗਾ, ਦੇਣਾ ਪਊਗਾ। ਦੇਖੋ ਅੱਗੇ ਉਹਨਾਂ ਦੇ ਕੀ ਹੁੰਦਾ। ਖੁਸ਼ ਹੋ, ਸੰਤੁਸ਼ਟ ਹੋ, ਸੈਟੀਸਫਾਈਡ ਹੋ? ਮੈਂ ਸੈਟਿਸਫਾਈਡ, ਦੇਖੋ ਮੈਂ ਇੱਕ ਬੜੇ ਰੇਅਰ ਇਸ ਕਰਕੇ ਜਦੋਂ ਮੈਂ ਰਾਜਨੀਤੀ ਛੱਡੀ ਸੀ, ਜਿਹਨੂੰ ਕਹਿੰਦੇ ਨੇ ਆਮ ਵੈਰੀ ਕੰਟੈਂਟਡ, ਮੈਂ ਮਤਲਬ ਸੰਤੁਸ਼ਟੀ ਜੀਵ ਹਾਂ ਵੀ ਵਾਹਿਗੁਰੂ ਨੇ ਜੋ ਕੁਛ ਬੰਦਾ ਮੰਗਦਾ ਉਸ ਤੋਂ ਫਾਲਤੂ ਦਿੱਤਾ ਹੈ। ਜਿਸ ਲਾਇਕ ਆ ਮੈਂ ਉਸ ਤੋਂ ਵੀ ਫਾਲਤੂ ਮੈਨੂੰ ਮੇਰੇ ਵਰਗੇ ਨਿਮਾਣੇ ਬੰਦੇ ਨੂੰ ਉਹਨਾਂ ਨੇ ਇੰਨਾ ਕੁਝ ਦੇਤਾ ਵਾਹਿਗੁਰੂ ਨੇ। ਮੈਂ ਕਰੀਬਨ 20 ਸਾਲ ਐਕਟਿਵ ਪੋਲੀਟਿਕਸ ਕੀਤੀ। ਜਦੋਂ ਮੈਂ ਛੱਡਿਆ 21 'ਚ ਜਾਂ 22 ਦੇ ਅੰਦਰ, ਜਦੋਂ ਮੈਂ ਕਿਹਾ ਵੀ ਹੁਣ ਮੈਂ ਨਹੀਂ ਕਰਦਾ, ਪੂਰੇ 2002 'ਚ ਮੈਂ ਪਹਿਲੀ ਵਾਰੀ MLA ਬਣ ਕੇ ਆਇਆ। 20 ਸਾਲ ਵਾਹਿਗੁਰੂ ਨੇ ਬਖਸ਼ਿਸ਼ ਦੇ ਨਾਲ ਬਹੁਤ ਲੋਕਾਂ ਨੇ ਪਿਆਰ ਦਿੱਤਾ, ਇੱਜ਼ਤ ਸਤਿਕਾਰ, ਕੰਮ ਕਰਨ ਦਾ ਮੌਕਾ ਮਿਲਿਆ, ਆਪਣੀ ਖਸ਼ਮਤਾ ਅਨੁਸਾਰ ਕੰਮ ਵੀ ਕੀਤਾ। ਤੇ ਉਹਦੇ ਬਾਅਦ ਆਈ ਵਾਜ਼ ਕੰਟੈਂਟਡ ਵੀ ਬਹੁਤ ਹੋ ਗਿਆ, ਹੁਣ ਹੋਰਾਂ ਨੂੰ ਮੌਕਾ ਮਿਲਣਾ ਚਾਹੀਦਾ। ਆਮ ਕੰਟੈਂਟਡ, ਪਰ ਹੁਣ ਜਦੋਂ ਜ਼ਿੰਮੇਵਾਰੀ ਮਿਲ ਗਈ ਉਦੋਂ ਸੰਤੁਸ਼ਟ ਹੋਊਂਗਾ ਜਦੋਂ ਮੈਂ ਇਸ ਜ਼ਿੰਮੇਵਾਰੀ ਦਾ ਨਹੀਂ ਵੀ ਇਕੱਲੇ ਪਾਰਟੀ ਵਾਸਤੇ। ਮੈਂ ਸਮਝਦਾ ਵੀ ਪਾਰਟੀ ਦਾ ਹਿੱਤ ਵੀ ਪੰਜਾਬ ਨਾਲ ਜੁੜੇ, ਪੰਜਾਬ ਵਾਸਤੇ ਕੁਝ ਕਰ ਜਾਂਗੇ। ਪੰਜਾਬ ਦੀ ਗੱਲ ਕੇਂਦਰ 'ਚ ਸਰਕਾਰ ਮੋਦੀ ਸਾਹਿਬ ਦੀ ਹੈ, BJP ਦੀ ਸਰਕਾਰ ਹੈ, ਉਹਦੇ ਰਾਹੀਂ ਪੰਜਾਬ ਦਾ ਕੁਝ ਸੰਵਾਰਨ ਦੀ ਕਰ ਜਾਂਗੇ ਤਾਂ ਮੈਂ ਸੰਤੁਸ਼ਟ ਹਾਂ ਵੀ ਆਹ ਜਿਹੜਾ ਸੈਕਿੰਡ ਇਨਿੰਗ ਮਿਲੀ ਹੈ ਮੈਨੂੰ ਉਹ ਕਾਮਯਾਬ ਹੈ। ਨਹੀਂ ਤਾਂ ਸਭ ਲੋਕ ਆਉਂਦੇ ਹੈ ਚਲੇ ਜਾਂਦੇ, ਕੌਣ ਗਿਣਤੀ ਕਰਦਾ, ਕਰੋੜਾਂ ਲੋਕ ਹੈ, ਆ ਜਾਂਦੇ ਤੁਰ ਜਾਂਦੇ। ਜਾਖੜ ਸਾਹਿਬ ਜਦੋਂ ਇੱਕ ਕੁਰਸੀ ਲੈਣੀ ਹੋਵੇ ਨਾ ਤਾਂ ਬੜੇ ਗੇੜੇ ਕੱਢਣੇ ਪੈਂਦੇ ਨੇ। ਤੁਸੀਂ ਕਿੰਨੇ ਕੁ ਲੋਕਾਂ ਦੇ ਹਾੜੇ ਕੱਢੇ, ਕਿੰਨੇ ਕੁ ਗੇੜੇ ਤੁਸੀਂ ਮਾਰੇ? ਤੁਸੀਂ ਵੀ ਉਹੀ ਗਲਤੀ ਕਰਨ ਅਨੰਦਪ੍ਰੀਤ ਜੀ ਜਿਹੜੇ ਸਾਥੀ ਕਰਦੇ ਸੀ ਵੀ ਜੇ ਤੁਸੀਂ ਹਾੜਾ ਕੱਢਣ ਨਾਲ ਮੈਂ ਤਾਂ ਕਿਸੇ ਨੂੰ ਮਿਲਦੀ ਵੀ ਨਹੀਂ ਸਾਬ। ਇੱਥੇ ਬਥੇਰੇ ਗਿੱਟੇ ਘਸਾਈ ਫਿਰਦੇ ਇੱਥੇ। ਦੇਖੋ ਮੈਂ ਕੋਈ ਹੰਕਾਰ ਨਾਲ ਨਹੀਂ ਕਹਿ ਰਿਹਾ ਸਾਹਿਬ, ਨਹੀਂ ਸ਼ਾਇਦ ਨਵੇਂ ਕੋਈ ਇਹੋ ਜਿਹੀ ਕੋਈ ਤੁਸੀਂ ਦੇ ਦਿਓ, ਕੋਈ ਉਹਨਾਂ ਨੂੰ ਕੋਈ ਜਾਦੂ ਮੰਤਰ, ਨਵੇਂ ਲੀਡਰ ਵੀ ਸਿੱਖ ਲੈਣ ਤੁਹਾਡੇ ਸਾਹਿਬ। ਥੋੜਾ ਜਿਹਾ ਪੰਜਾਬ ਮੰਤਰ ਹੈ, ਸਿੰਪਲ ਮੰਤਰ ਹੈ ਸਾਹਿਬ। ਲੋਕਾਂ ਨੇ ਜਿਸ ਗੱਲ ਦੀ ਆਸ ਹੈ ਉਹ ਗੱਲ ਕਰਨ, ਪੰਜਾਬ ਦੀ ਗੱਲ ਕਰਨ, ਨੇਕ ਨੀਤੀ ਨਾਲ ਕਰਨ, ਆਪਣੇ ਖੜਨ ਉੱਥੇ ਜਾ ਕੇ ਗੱਲ ਦੇ ਉੱਤੇ ਪਹਿਰਾ ਦੇਣ। ਤੇ ਆ ਜਿਹੜੇ ਲੋਕਾਂ ਨੂੰ ਲੁੱਟੀ ਜਾਂਦੇ ਹੈ, ਲੋਕਾਂ ਦੀ ਜੇਬ ਕਨੀ ਅੱਖ ਕਰੀ ਬੈਠੇ, ਲੁਕਦੇ ਨਹੀਂ ਸਾਹਿਬ। ਇਹ ਜਨਤਾ ਹੈ, ਸਭ ਜਾਣਤੀ ਹੈ। ਲੀਡਰ ਚਾਹੇ ਕਿੰਨੀ ਦੂਰ ਬੈਠਾ ਹੋਇਆ, ਇਹ ਗੱਲਾਂ ਤਾਂ ਸਾਰੇ ਸਭ ਤੋਂ ਪਹਿਲਾਂ ਜਾ ਕੇ ਉੱਥੇ ਪਤਾ ਲੱਗਦੀਆਂ ਵੀ ਕੌਣ ਕਿਹਦੀ ਜੇਬ ਕੱਟੀ ਜਾਂਦਾ, ਕੋਈ ਗਲਾ ਕੱਟੀ ਜਾਂਦਾ, ਕੋਈ ਜੇਬ ਕੱਟੀ ਜਾਂਦਾ। ਉਹਦੇ ਵਿੱਚੋਂ ਨਿਕਲ ਕੇ ਆਏ ਤੇ ਵਾਹਿਗੁਰੂ ਦੀ ਮਿਹਰ ਨਾਲ ਅੱਜ ਤਾਈਂ ਕਿਸੇ ਗੱਲ ਤੇ ਜੇ ਹਾੜੇ ਕੱਢਣ ਵਾਲੇ ਹੁੰਦੇ ਤਾਂ ਸ਼ਾਇਦ ਉੱਥੇ ਮੁੱਖ ਮੰਤਰੀ ਬਣੇ ਬੈਠੇ ਹੁੰਦੇ। ਉਹ ਬੀਬਾ ਜੀ ਮੈਨੂੰ ਕਹੀ ਜਾਂਦੇ ਸੀ ਪੰਜਾਬ ਵਾਲੇ ਜਿਹੜੇ ਲੀਡਰ ਬਣੇ ਫਿਰਦੇ ਸੀ ਵੀ ਸੁਨੀਲ ਕੋ ਆ ਕੇ ਮਿਲ ਲਵੇ। ਪਛਤਾਉਂਦੇ ਹੋਣਗੇ ਹੁਣ? ਨਹੀਂ, ਕੌਣ ਕੁਛ ਨਹੀਂ ਪਛਤਾ। ਉਹਨਾਂ ਨੂੰ ਪੰਜਾਬ ਪਛਤਾਵੇ ਤਾਂ ਉਹ ਸਭ ਜਿਹਨਾਂ ਨੂੰ ਪੰਜਾਬ ਦਾ ਹਿੱਤ ਕੋਈ ਹੋਵੇ। ਉਹਨਾਂ ਨੇ ਤਾਂ ਆਪਣਾ ਹਿਸਾਬ ਕਿਤਾਬ ਜਿਚਾ ਲਿਆ, ਉਹਨਾਂ ਦਾ ਤਾਂ ਕੋਟਾ ਪੂਰਾ ਹੋ ਗਿਆ। ਤੁਹਾਨੂੰ ਕਦੋਂ ਪਤਾ ਲੱਗਿਆ ਕਿ BJP ਤੁਹਾਨੂੰ ਵੱਡੀ ਜ਼ਿੰਮੇਵਾਰੀ ਦੇਣ ਲੱਗੀ ਹੈ? ਕਿਉਂਕਿ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ। BJP ਜਿਹੜੀ ਕੇਂਦਰ ਦੀ ਲੀਡਰਸ਼ਿਪ ਉਹ ਤੁਹਾਡੇ ਵੱਲ ਦੇਖ ਰਹੀ ਹੈ, ਉਹਨਾਂ ਨੂੰ ਆਸ ਬਹੁਤ ਹੈ, ਤਾਂ ਹੀ ਸ਼ਾਇਦ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ।
ਆਸ ਨਹੀਂ ਸਾਹਿਬ, ਉਹਨਾਂ ਨੂੰ ਆਪਣੇ ਕਾਡਰ ਦੇ ਉੱਤੇ ਭਰੋਸਾ ਹੈ। ਮੈਂ ਕੱਲ ਪਰਸੋਂ ਜਦੋਂ ਟੇਕ ਓਵਰ ਕੀਤਾ ਹੈ, ਆਫਿਸ ਆਫੀਸ਼ੀਅਲ ਕੀਤਾ ਹੈ, ਮੈਂ ਕਿਹਾ ਲੀਡਰਸ਼ਿਪ ਨੇ ਸੁਨੀਲ ਜਾਖੜ ਦੇ ਅੰਦਰ ਵਿਸ਼ਵਾਸ ਨਹੀਂ ਜਿਤਾਇਆ। ਲੀਡਰਸ਼ਿਪ ਨੇ ਆਪਣਾ ਦੇਖੋ, ਉਹਨਾਂ ਦਾ ਹੁਣ ਜਦੋਂ ਦੋਨੋਂ ਪਾਸੇ ਦੇਖਿਆ, ਮੇਰੇ ਕੋਲ ਇਸ ਕਿਸਮ ਦਾ ਇੱਕ ਤਜਰਬਾ ਹੈ, ਦੋਨੋਂ ਪਾਸੇ ਮੈਂ ਦੇਖਿਆ, ਉੱਥੇ ਵੀ ਅੰਦਰ ਰਹਿ ਕੇ ਦੇਖਿਆ, ਇੱਥੇ ਵੀ ਹੁਣ ਐਡੀ ਵੱਡੀ ਜ਼ਿੰਮੇਵਾਰੀ ਬੀਜੇਪੀ 'ਚ ਮਿਲੀ। ਇੱਕ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਹੈ ਬੀਜੇਪੀ ਤੇ ਕਾਂਗਰਸ ਦੇ ਅੰਦਰ ਕਮਿਟਡ ਕਾਡਰ ਆਨੰਦਪ੍ਰੀਤ ਜੀ ਸੀਗਾ। ਜਦੋਂ 47 ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਲੜੀ ਜਾਂਦੇ ਸੀ, ਉਦੋਂ ਤਾਂ ਪਾਰਟੀ ਬਣੀ ਨਹੀਂ ਸੀ। ਲੋਕ ਕਾਂਗਰਸ ਦੇ ਉਸ ਗਾਂਧੀ ਜੀ ਦੇ ਨਾਮ ਦੇ ਨਾਲ, ਸਰਦਾਰ ਪਟੇਲ ਹੋਰਾਂ ਦੇ ਨਾਮ ਦੇ ਨਾਲ ਸਾਰਿਆਂ ਨੇ ਜੁੜ ਕੇ ਇੱਕ ਆਜ਼ਾਦੀ ਦੀ ਲਹਿਰ ਜੁੜੀ, ਉਹਦੇ ਨਾਲ ਕਾਂਗਰਸ ਦੀ ਆਇਡੈਂਟੀਟੀ ਬਣੀ, ਸਾਰੇ ਉਸ ਭਾਵਨਾ ਨਾਲ ਜੁੜੇ। ਉਹਦੇ ਬਾਅਦ ਸਾਡੀ ਆਜ਼ਾਦੀ ਹੋਈ ਹੈ ਦੀ ਆਂਦੇ, ਫਿਰ ਪਾਕਿਸਤਾਨ ਨੇ ਕਸ਼ਮੀਰ 'ਚ ਪੰਗਾ ਲੈ ਲਿਆ, ਫਿਰ ਅਸੀਂ ਉਹਨਾਂ ਨੂੰ ਭਜਾਇਆ ਉੱਥੋਂ ਪਾਕਿਸਤਾਨ ਵਾਲਿਆਂ ਨੂੰ। ਫਿਰ 62 ਦੇ ਅੰਦਰ ਚੀਨ ਆ ਵੜਿਆ ਜੀ, ਉੱਥੇ ਲੜਾਈ, ਫਿਰ ਲੋਕ ਜੁਟ ਗਏ। ਇਸ ਤਰ੍ਹਾਂ ਕਰਦੇ ਕਰਦੇ ਸਭ, ਉਹਦੇ ਬਾਅਦ ਜਿਹੜਾ ਹੌਲੀ ਹੌਲੀ ਇੱਕ ਜਨਰੇਸ਼ਨ ਨਵੀਂ ਆ ਗਈ, ਜਿਹੜੇ ਨਵੇਂ ਆਬਾਦੀ ਵੱਧ ਗਈ, ਬੱਚਿਆਂ ਦੇ ਭਾਵਨਾਵਾਂ, ਰੁਜ਼ਗਾਰ, ਕੋਈ ਉਹਨਾਂ ਦੀ ਕੰਟਰੀਬਿਊਸ਼ਨ ਦੇਸ਼ ਵਾਸਤੇ, ਉਹ ਹੌਲੀ ਹੌਲੀ ਖਤਮ ਹੋ ਗਈ, ਤੁਰੀਆਂ ਗਈਆਂ ਸਭ। 71 ਵਾਲੀ ਲੜਾਈ ਦੇ ਬਾਅਦ, ਉਹਦੇ ਬਾਅਦ ਮੈਂ ਨਹੀਂ ਸਮਝਦਾ ਵੀ ਕੋਈ ਦੇਸ਼ ਨੂੰ ਜੋੜਨ ਵਾਲੀ ਤਾਕਤ ਕੋਈ ਇਹੋ ਜਿਹਾ ਇਵੈਂਟ ਹੋਵੇ। ਦੈਟ ਵਾਜ਼ 71 ਦੀ ਜਦੋਂ ਲੜਾਈ ਹੋਈ ਹੈ, ਉਹਦੇ ਬਾਅਦ ਤੁਸੀਂ ਦੇਖੋ ਜੋ ਕੁਝ ਵੀ ਆ ਸਾਰਾ ਚੱਲਿਆ, ਕਿਤੇ ਵੀ ਕਿਸੇ ਕਿਸਮ ਦਾ ਕੋਈ ਇੱਕ ਰਾਸ਼ਟਰੀਅਤਾ ਦੀ ਭਾਵਨਾ, ਉਹ ਕਿਤੇ ਲੋਕਾਂ ਨੂੰ ਜੋੜਨ ਵਾਲੀ ਇੱਕ ਨਵੀਂ ਜਨਰੇਸ਼ਨ ਆ ਗਈ। ਉਹਨਾਂ ਨੂੰ ਕਿਸ ਹਿਸਾਬ ਨਾਲ ਤੁਸੀਂ ਇਨਵੋਲਵ ਕਰੋਗੇ, ਉਹ ਗੱਲਾਂ ਕਿਤੇ ਨਾ ਕਿਤੇ ਘਟਦੀਆਂ ਤੁਰੀਆਂ ਗਈਆਂ। ਉਹ ਜਿਹੜਾ ਕਮਿਟਡ ਕਾਡਰ ਸੀਗਾ, ਉਹ ਓਵਰ ਗ੍ਰੈਜੂਅਲੀ ਪੀਰੀਅਡ ਆਫ ਟਾਈਮ ਕੋ ਮੇਰੇ ਵਰਗੇ ਕਮਲੇ ਜਿਹੜੇ ਬੈਠੇ ਸੀਗੇ ਵੀ ਇਸ ਤਾਂ ਕਾਂਗਰਸ ਦੀ ਲੜ ਫੜੀ ਹੈ, ਸਾਨੂੰ ਗੁੜਤੀ ਉਹੀ ਮਿਲੀ ਸੀ ਕਾਂਗਰਸ ਦੀ, ਉਹੀ ਲਈ ਤੁਰੇ ਜਾਂਦੇ ਸੀ, ਉਹਨਾਂ ਨੂੰ ਇਹਨਾਂ ਨੇ ਦੁਤਕਾਰ ਕੇ ਕੱਢਤਾ। ਪਰ ਬੀਜੇਪੀ ਦੇ ਜਿਹੜਾ ਕਾਡਰ ਹੈ ਸਾਹਿਬ, ਦੇਖੋ ਮੈਂ ਕਿਸੇ ਦੀ ਐ ਨਹੀਂ ਵੀ ਅੰਦਰ ਆ ਕੇ ਬੈਠ ਗਿਆ, ਅੰਦਰ ਆ ਕੇ ਬੈਠ ਕੇ ਜਦੋਂ ਵਰਤਦਾ ਦੇਖੀਦਾ, ਇੰਨਾ ਕਮਿਟਡ ਕਾਡਰ ਹੈ ਸਾਹਿਬ, ਇੰਨਾ ਮਿਹਨਤੀ ਕਾਡਰ ਹੈ ਵੀ ਆਪਣੇ ਆਪ ਨੂੰ ਦੇਖ ਕੇ ਕਈ ਵਾਰੀ ਆਹ ਸ਼ੱਕ ਹੋ ਜਾਂਦਾ ਵੀ ਅਸੀਂ ਇੰਨੀ ਦੇਰ ਇਹਨਾਂ ਦੇ ਸਾਹਮਣੇ ਟਿਕੇ ਕਿਵੇਂ ਰਹੇ। ਇੰਨੀ ਕਮਿਟਮੈਂਟ ਉਹਨਾਂ ਦੀ ਆਪਣੇ ਪਾਰਟੀ ਵਾਸਤੇ, ਜੋ ਉਹਨਾਂ ਦੀ ਵਿਚਾਰਧਾਰਾ ਹੈ ਉਹਨੂੰ ਲੈ ਕੇ ਲੋਕਾਂ 'ਚ ਵਿਚਰਦੇ ਆ, ਕੰਮ ਕਰਦੇ ਆ, ਬਿਨਾਂ ਕਿਸੇ ਲਾਗ ਲਪੇਟ ਦੇ, ਬਿਨਾਂ ਕਿਸੇ ਲਾਲਚ ਦੇ। ਉਹ ਇੱਕ ਚੀਜ਼ ਹੋਣੀ ਚਾਹੀਦੀ, ਜਿਹੜੀ ਰਾਸ਼ਟਰੀਅਤਾ ਦੀ ਭਾਵਨਾ ਹੈ, ਉਸ ਇੱਕ ਮੋਟਿਵ ਦੇ ਨਾਲ ਸਾਰੇ ਜੁੜੇ ਹੋਏ ਆ। ਇੱਕ ਬਹੁਤ ਵੱਡੀ ਗੱਲ ਹੈ, ਉਹਨਾਂ ਨੇ ਪਾਰਟੀ ਲੀਡਰਸ਼ਿਪ ਨੇ, ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਨੱਡਾ ਸਾਹਿਬ ਨੇ, ਵੀ ਆਹ ਜਿਹੜਾ ਕਾਡਰ ਹੈ ਆ ਸੁਨੀਲ ਨੂੰ ਵੀ ਸਮਝੂਗਾ, ਕਿਉਂਕਿ ਸੁਨੀਲ ਨਾਲ ਵਰਤਿਆ ਤਾਂ ਮੈਂ, ਚਾਹੇ ਰਾਜਨੀਤਿਕ ਸਾਡੀ ਧਿਰ ਦੂਜੇ ਪਾਸੇ ਸੀਗੀ, ਪਰ ਵਰਤੇ ਤਾਂ ਸਾਰੇ ਨਾਲ ਹੀ ਆ ਸਭ। ਉਹਨਾਂ ਨੂੰ ਪਤਾ ਵੀ ਆਹ ਸੁਨੀਲ ਤੇ ਸਾਰੇ ਰਲ ਕੇ ਕੰਮ ਕਰ ਲੈਣਗੇ ਤੇ ਪੰਜਾਬ ਦੀ ਗੱਲ ਰੱਖਣਗੇ ਤਕੜੇ ਹੋ ਕੇ। ਤੇ ਮੈਂ ਸਮਝਦਾ ਵੀ ਉਹਨਾਂ ਨੇ ਜ਼ਿੰਮੇਵਾਰੀ ਆ, ਜਿਹੜਾ ਵਿਸ਼ਵਾਸ ਹੈ ਸੁਨੀਲ ਤੇ ਇਕੱਲੇ ਨੇ ਤੇ ਨਹੀਂ ਕੀਤਾ, ਆਪਣੇ ਸਾਰੇ ਕਾਡਰ ਤੇ ਕੀਤਾ। ਤੇ ਮੈਂ ਸਮਝਦਾ ਮੇਰਾ ਸੁਭਾਗ ਸੀਗਾ, ਮੈਨੂੰ ਆ ਮੌਕਾ ਮਿਲਿਆ ਪੰਜਾਬ ਦੀ ਸੇਵਾ ਦੁਬਾਰਾ ਕਰਨ ਦਾ। ਜਾਖੜ ਸਾਹਿਬ, ਪੰਜਾਬ ਦੀ ਗੱਲ ਤੁਸੀਂ ਇਸ ਇੰਟਰਵਿਊ ਦੇ ਵਿੱਚ ਵੀ ਵਾਰ-ਵਾਰ ਕਰ ਰਹੀ ਹੈ ਤੇ ਤੁਸੀਂ ਕਿਹਾ ਕਿ ਜੇ ਹੁਣ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤਾਂ ਕੋਈ ਪੰਜਾਬ ਦਾ ਭਲਾ ਹੋ ਸਕੇ, ਪਰ ਪੰਜਾਬ ਲਗਾਤਾਰ ਉਹ ਕਿਸੇ ਵੀ ਖੇਤਰ 'ਚ ਤੁਸੀਂ ਦੇਖ ਲਓ, ਉਹਦੇ ਨਾਲ ਹੀ ਚੁਣੌਤੀਆਂ ਨਾਲ ਦੋ ਚਾਰ ਹੈ ਤੇ ਮੁਸ਼ਕਲਾਂ ਦਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਤੁਸੀਂ ਉਹਨਾਂ ਲੀਡਰਾਂ 'ਚੋਂ ਜਿਹੜੇ ਪੰਜਾਬ ਦੀ ਨਬਜ਼ ਨੂੰ ਟੋਹਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਮੁੱਦੇ ਹੋਣਗੇ ਜਿਹੜੇ ਬਿਯੋਂਡ ਦੀ ਪਾਰਟੀ ਲੈਵਲ ਤੇ ਜਾ ਕੇ ਤੁਸੀਂ ਉੱਥੇ ਜਾ ਕੇ ਟੇਕ ਅਪ ਕਰੋਗੇ, ਕੋਈ ਹੱਲ ਕਰਾ ਸਕੋਗੇ? ਕਿਉਂਕਿ ਪੰਜਾਬ ਦੀ ਮਿੱਟੀ ਦੀ ਗੱਲ ਕਰ ਲਈਏ, ਪੰਜਾਬ ਦੇ ਪਾਣੀ ਦੀ ਗੱਲ ਕਰ ਲਈਏ, ਪੰਜਾਬ ਦੇ ਇੱਥੋਂ ਨੌਜਵਾਨ ਨਹੀਂ ਇੱਥੋਂ ਰਹਿਣਾ ਚਾਹੁੰਦਾ, ਨਸ਼ਾ ਇੱਥੇ ਹੈ, ਤਾਂ ਇਹਨਾਂ ਸਾਰੇ ਮੁਸ਼ਕਲਾਂ ਨੂੰ ਲੈ ਕੇ ਤੁਸੀਂ ਕੁਛ ਸੋਚਿਆ, ਕੁਛ ਵਿਜ਼ਨ ਤੁਸੀਂ ਬਣਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਪਾਰਟੀ ਨੂੰ ਇਹ ਲੈਵਲ ਦੇ ਉੱਤੇ ਲੈ ਕੇ ਜਾਣਾ, ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰਨੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਸਿਰਫ ਪਾਰਟੀ ਨੂੰ ਜਿਤਾਉਣਾ ਹੈ, ਉਹ ਕਿਸੇ ਵੀ ਤਰੀਕੇ ਨਾਲ ਹੋਏ? ਦੇਖੋ ਹਰੇਕ ਬੰਦੇ ਦੀ ਸੋਚ ਹੁੰਦੀ ਹੈ, ਮੈਂ ਕਿਸੇ 'ਚ ਨੁਕਤਾਚੀਨੀ ਨਹੀਂ ਕਰਦਾ, ਕਿਸੇ 'ਚ ਨੁਕਸ ਨਹੀਂ ਕੱਢਦਾ। ਮੇਰਾ ਮੰਨਣਾ ਹੈ ਵੀ ਪੰਜਾਬ 'ਚ ਪਾਰਟੀ ਜਿਤਾਉਣ ਤੋਂ ਪਹਿਲਾਂ ਦਿਲ ਜਿੱਤਣੇ ਪੈਣਗੇ, ਪੰਜਾਬੀਆਂ ਦੇ ਦਿਲ ਜਿੱਤਣੇ ਪੈਣਗੇ, ਪੰਜਾਬੀਆਂ ਨੂੰ ਭਰੋਸਾ। ਦੇਖੋ ਪੰਜਾਬ ਵਾਲੇ ਲੋਕਾਂ ਨੇ ਬੜੇ ਧੋਖੇ ਖਾਧੇ ਸਰ। ਆ ਜਿਹੜਾ ਹੁਣ 2022 ਦੇ ਅੰਦਰ ਵੋਟ ਪਿਆ, ਇਹਨਾਂ ਨੂੰ 92 ਸੀਟਾਂ ਦਿੱਤੀਆਂ ਜਿਤਾ ਕੇ ਆਮ ਆਦਮੀ ਪਾਰਟੀ ਨੂੰ, ਉਹ ਜਿਹੜੀ ਰਵਾਇਤੀਆਂ ਪਾਰਟੀਆਂ ਸੀ ਉਹਨਾਂ ਦੇ ਖਿਲਾਫ, ਚਾਹੇ ਉਹ ਕਾਂਗਰਸ ਸੀ ਚਾਹੇ ਅਕਾਲੀ ਸੀਗੇ, ਇਹਨਾਂ ਦੇ ਖਿਲਾਫ ਇਹਨਾਂ ਨੇ ਵੋਟਾਂ ਪਾਈਆਂ ਵੀ ਨਹੀਂ, ਇਹਨਾਂ ਨੂੰ ਸਾਰਿਆਂ ਨੂੰ ਵਰਤ ਕੇ ਦੇਖ ਲਿਆ, ਇੱਕ ਵਾਰੀ ਮੌਕਾ ਦਿਓ, ਜਿਹੜਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਇੱਕ ਮੌਕਾ। ਉਹ ਜਦੋਂ ਮੌਕਾ ਦੇਤਾ, ਉਹਦੇ ਬਾਅਦ ਹੁਣ ਪੰਜਾਬ ਵਾਲੇ ਲੋਕ ਸਮਝ ਗਏ ਵੀ ਇਹਦਾ ਮੌਕਾ ਪ੍ਰਸਤ ਲੋਕ ਹੈ। ਮੌਕਾ ਪ੍ਰਸਤ ਲੋਕ ਤਾਂ ਹੋਈ ਹੈ ਨਾ, ਕੋਈ ਹਲਵਾਈ ਦੀ ਦੁਕਾਨ ਦੇ ਬਾਹਰ ਗੇੜੇ ਮਾਰੀ ਜਾਂਦਾ ਸੀ, ਕਈ ਦੇਰ ਦੇ ਹਲਵਾਰੀ ਨੇ ਦੇਖ ਲਿਆ, ਤੂੰ ਕੀ ਭਾਲਦਾ? ਕਹਿੰਦਾ ਮੈਂ ਮੌਕਾ ਭਾਲਦਾ ਵੀ ਤੁਸੀਂ ਇਹ ਗਾਂ ਨਿਗਾਹ ਗਾਂ ਪਿਛਾਂ ਕਰੋ, ਮੈਂ ਕੋਈ ਚੱਕ ਕੇ ਭੱਜਿਆ ਇੱਥੋਂ।
ਤੇ ਉਹ ਮੌਕਾ ਪ੍ਰਸਤ ਲੋਕਾਂ ਤੋਂ ਲੋਕ ਅੱਕੀ ਬੈਠੇ ਆ ਵੀ ਇਹ ਲੋਕ ਆ ਜਾਂਦੇ ਆ 5 ਸਾਲ ਠਾਠ ਕਰਕੇ ਆਪਣੇ ਮਕਾਨ ਬਣਾ ਲੈਂਦੇ ਆ, ਗੱਡੀਆਂ ਵੱਡੀਆਂ ਜਿਹੜੇ ਕਹਿੰਦੇ ਸੀ ਨਾ ਸਾਡੇ ਇੱਕ ਮੰਤਰੀ ਕਹਿੰਦੇ ਕੋਠੇ ਜਿਹੜੀਆਂ ਗੱਡੀਆਂ ਸਾਰਿਆਂ ਕੋਲ ਸਭ ਜਿਹੜੇ ਸੋ ਕਾਲਡ ਆਮ ਆਦਮੀ ਆ ਸਾਰੇ ਕੋਠੇ ਤੋਂ ਵੱਡੀ ਅੱਜ ਕੱਲ੍ਹ ਤਾਂ ਮਹਿਲ ਜਿਹੜੀਆਂ ਗੱਡੀਆਂ ਲਈ ਫਿਰਦੇ ਆ। ਉਹ ਲੋਕ ਉਸ ਗੱਲ ਨੂੰ ਬੜਾ ਹੁਣ ਲੋਕ ਅੱਕੀ ਬੈਠੇ ਜੀ, ਤੇ ਲੋਕ ਵਿਸ਼ਵਾਸ ਉੱਠ ਗਿਆ ਲੋਕਤੰਤਰ 'ਚੋਂ ਹੈ, ਲੀਡਰਾਂ ਤੋਂ ਸੋ ਕਾਲਡ ਲੀਡਰ ਸਭ ਉਹਨਾਂ ਤੋਂ ਉੱਠਦਾ ਜਾ ਰਿਹਾ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਊਗਾ, ਉਹਨਾਂ ਦਾ ਦਿਲ ਜਿੱਤਣਾ ਪਊਗਾ ਵੀ ਅਸੀਂ ਕੰਮ ਕਰ ਰਹੇ ਹਾਂ ਪੰਜਾਬ ਵਾਸਤੇ। ਵਾਹਿਗੁਰੂ ਨੇ ਬਹੁਤ ਕੁਝ ਦੇ ਰੱਖਿਆ, ਜੇ ਹੁਣ ਢਿੱਡ ਨਹੀਂ ਭਰਦਾ ਤੇ ਢਿੱਡ ਤਾਂ ਜਿਹੜੇ ਵੱਡੇ ਬਿਲੀਅਨਰ ਜਿਹੜੇ ਬੈਠੇ ਆ ਉਹਨਾਂ ਦੇ ਨਹੀਂ, ਉਹ ਕਰੀ ਜਾਂਦੇ ਸਭ। ਇਸ ਕੰਮ ਦੇ ਅੰਦਰ ਪੰਜਾਬ ਦੀ ਗੱਲ ਰੱਖਾਂਗੇ, ਇੱਕ ਵਿਸ਼ਵਾਸ ਜਿੱਤਾਂਗੇ, ਇਹ ਸਾਰੀਆਂ ਗੱਲਾਂ ਲੋਕ ਫਿਰ ਜੁੜਦੇ ਤੁਰੇ ਆਣਗੇ ਜੀ। ਮੈਂ ਤਾਂ ਅਕੇਲਾ ਹੀ ਚਲਾ ਥਾ, ਲੋਕ ਜੁੜਤੇ ਗਏ ਔਰ ਕਾਬਲਾ ਬਣਤਾ ਗਿਆ। ਪੰਜਾਬ ਦੇ ਲੋਕ ਤਵੱਕੋ ਤੁਹਾਡੇ ਤੋਂ ਰੱਖਣ ਕਿ ਜਾਖੜ ਸਾਹਿਬ ਇੱਕ ਠੋਕ ਕੇ ਪੰਜਾਬ ਦੇ ਨਾਲ ਖੜਨਗੇ ਹਰ ਮੁੱਦੇ ਦੇ ਉੱਤੇ, ਜਿਹਦਾ ਪਹਿਲਾਂ ਖੜਦੇ ਆਏ ਨੇ? ਨਾ ਕੋਈ ਪਹਿਲਾਂ ਦੀ ਗੱਲ ਨਾ, ਕੋਈ ਸੁਨੀਲ ਪੰਜਾਬੀ ਹੈ ਸਾਹਿਬ। ਮੈਂ ਪ੍ਰਾਊਡ ਇੰਡੀਅਨ, ਮੈਨੂੰ ਹਿੰਦੁਸਤਾਨੀ ਹੋਣ ਦਾ ਮਾਣ ਹੈ, ਉਸ ਤੋਂ ਵੀ ਵੱਡਾ ਮਾਣ ਹੈ ਵੀ ਮੈਂ ਇੱਕ ਪੰਜਾਬੀ ਹਾਂ ਸਾਹਿਬ। ਮੈਂ ਛਾਤੀ ਠੋਕ ਕੇ ਕਹਿ ਸਕਦਾ, ਅਤੇ ਜਿਵੇਂ ਮੈਂ ਕਹਿੰਦਾ ਪੰਜਾਬ ਦੀ ਗੱਲ ਵਾਸਤੇ ਪੂਰਾ ਠੋਕ ਕੇ ਗੱਲ ਕਰਾਂਗੇ, ਪੰਜਾਬ ਦੇ ਹੱਕਾਂ ਦੇ ਪਹਿਰਾ ਦੇਵਾਂਗੇ, ਪੰਜਾਬ ਦੀ ਗੱਲ ਕੋਈ ਵੀ ਕਰੂਗਾ ਉਹਦੇ ਨਾਲ ਖੜ ਕੇ ਕਰਾਂਗੇ। ਪਰ ਪੰਜਾਬ ਕੰਨੀ ਅਗਰ ਕੋਈ ਪੰਜਾਬ ਨੂੰ ਸਾਡੇ ਭਾਈਚਾਰਕ ਸਾਂਝ ਦੇ ਉੱਤੇ ਗੁਰੂ ਮਹਾਰਾਜ ਨੇ ਸਾਨੂੰ ਬਾਬੇ ਨਾਨਕ ਨੇ ਜਿਹੜੀ ਸੇਧ ਦਿੱਤੀ ਹੈ, ਉਹਦੇ ਤੋਂ ਕੋਈ ਟਾਲ ਕੇ ਤੇ ਇੱਥੇ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦਾ ਸਾਹਿਬ, ਉਹਦਾ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ। ਜਾਖੜ ਸਾਹਿਬ, ਜਦੋਂ ਤੁਸੀਂ ਪ੍ਰਧਾਨ ਬਣੇ, ਬਹੁਤ ਸਾਰੇ ਲੀਡਰਾਂ ਦੇ ਨਾਲ ਆਫ ਦੀ ਰਿਕਾਰਡ ਜਦੋਂ ਸਾਡੀ ਵੀ ਗੱਲਬਾਤ ਹੋਈ, ਬਹੁਤ ਸਾਰੇ ਲੋਕਾਂ ਦੇ ਨਾਲ, ਸਿਆਣੇ ਲੋਕ ਜਿਹੜੇ ਪੰਜਾਬ ਨੂੰ ਸਮਝਦੇ ਨੇ, ਇਸ ਨੂੰ ਲੈ ਕੇ ਸਾਰਿਆਂ ਨੇ ਵੈਲਕਮ ਕੀਤਾ, ਤੁਹਾਡਾ ਸਾਰਿਆਂ ਨੇ ਵੈਲਕਮ ਕੀਤਾ। ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿਉਂ ਤੁਹਾਡੇ ਤੋਂ ਇਹ ਤਵੱਕੋ ਹੈ, ਉਮੀਦ ਹੈ, ਆਸ ਹੈ ਕਿ ਉਸ ਤਰੀਕੇ ਦੀ ਮੁਖਾਲਫਤ, ਉਸ ਤਰੀਕੇ ਦਾ ਵਿਰੋਧ ਨਹੀਂ ਦੇਖਣ ਨੂੰ ਮਿਲਿਆ। ਕੀ ਤੁਹਾਨੂੰ ਇਹਦਾ ਨਜ਼ਰ ਆ ਰਿਹਾ ਹੈਗਾ, ਜਾਂ ਫਿਰ ਜਿਹੜੀ ਉਹ ਲਾਈਨ ਸੀਗੀ, ਉਹ ਜਿਹੜੀ ਤੁਸੀਂ ਪਹਿਲਾਂ ਫੜ ਕੇ ਰੱਖੀ ਹੋਈ ਸੀ, ਕਿ ਉਹੀ ਤੁਸੀਂ ਹੁਣ ਨਬਜ਼ ਨੂੰ ਟੋਕੇ ਰੱਖੋਗੇ, ਜਾਂ ਫਿਰ ਤੁਹਾਡੇ ਲਈ ਹੁਣ ਥੋੜ੍ਹਾ ਜਿਹਾ ਮੁਸ਼ਕਲ ਹੋਏਗਾ ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਪਹਿਲਾਂ ਕਹਿ ਦੋਗੇ ਵੀ ਭਾਈ ਹੁਣ ਥੋੜ੍ਹਾ ਜਿਹਾ ਜਾਖੜ ਸਾਹਿਬ ਨੂੰ ਬਰਦਾਸ਼ਤ ਕਰਿਓ ਵੀ ਹੁਣ ਇੱਧਰ ਉੱਧਰ ਹੋਣਾ ਪੈ ਸਕਦਾ? ਦੇਖੋ, ਮੈਂ ਅਨੰਦਪੁਰ ਜੀ, ਮੈਂ ਕੋਈ ਇੱਥੇ ਵਿਰੋਧ ਕਰਨ ਵਾਸਤੇ ਨਹੀਂ ਮੈਨੂੰ ਬਿਠਾਇਆ ਵੀ ਵਿਰੋਧ ਕਰੋ ਜੀ। ਉਹ ਸਵੇਰੇ ਉੱਠਦੇ ਹੀ ਸਾਂਝਰੇ ਚਾਲੂ ਹੋ ਜਾ ਇਹਨਾਂ ਨੂੰ ਕੱਢਣ ਵੀ ਮਾੜਾ। ਵਿਰੋਧੀ ਚੰਗਾ ਕੰਮ ਕਰਨਗੇ, ਮੈਂ ਚੰਗੇ ਨੂੰ ਤਾਰੀਫ ਵੀ ਕਰ ਦੂੰਗਾ ਸਭ ਵੀ ਚੰਗਾ ਕਰ ਰਹੇ ਹੋ ਮੁੱਖ ਮੰਤਰੀ ਸਾਹਿਬ, ਚੰਗੀ ਕਰ ਰਹੀ ਹੈ ਪਾਰਟੀ, ਚੰਗਾ ਕੰਮ ਹੈ, ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਪਰ ਜਿੱਥੇ ਵਿਰੋਧ ਵਾਲੀ ਗੱਲ ਹੈ ਸਾਹਿਬ, ਮੈਂ ਨਹੀਂ ਅੱਗਾ ਪਿੱਛਾ ਦੇਖਣਾ ਵੀ ਕਿਤੇ ਉਧਰਲੇ ਨਾ ਆ ਜਾਣ, ਕਿਤੇ ਜਿਹੜੇ ਮਹਿਕਮੇ ਵਾਲੇ ਜਿਹਦੇ ਕਰਕੇ ਆ ਸਾਰੇ ਲੀਡਰ ਛਿਪੀ ਬੈਠੇ, ਜਿਨ੍ਹਾਂ ਨੂੰ ਬਾਰ-ਬਾਰ ਭਗਵੰਤ ਮਾਨ ਜੀ ਲਲਕਾਰ ਦਿੰਦੇ ਵੀ ਇੱਧਰ ਮੇਰੇ ਕਨੀ ਅੱਖ ਕਰਕੇ ਦੇਖੋ, ਉਹ ਗੱਲਾਂ ਨਹੀਂ ਸਾਹਿਬ। ਅਸੀਂ ਗੱਲ ਪੰਜਾਬ ਦੇ ਹੱਕਾਂ ਵਾਸਤੇ ਸਾਨੂੰ ਲੜਾਈ ਲੜਨੀ ਪਈ, ਵਿਰੋਧ ਕਰਨਾ ਪਿਆ, ਸਾਰਾ ਕੁਝ ਕਰਾਂਗੇ। ਅਤੇ ਜਿੱਥੇ ਸਾਡੀ ਕੋਈ ਪੋਜ਼ੀਟਿਵ ਆਈਡੀਆ ਲੈ ਕੇ ਆਏ ਸਾਹਿਬ, ਵੀ ਵਾਂਟ ਅ ਪੋਜ਼ੀਟਿਵ ਅਪੋਜੀਸ਼ਨ, ਜਿਹੜੀ ਹੈ ਕੰਸਟਰਕਟਿਵ ਅਪੋਜੀਸ਼ਨ ਕਰਾਂਗੇ। ਐਵੇਂ ਨਹੀਂ ਵੀ ਹਰੇਕ ਦਿਨ ਸਵੇਰੇ ਉੱਠ ਕੇ ਟਵੀਟ ਹੋਏ, ਜਿਹੜੇ ਕਹਿੰਦੇ ਨੇ ਟਵੀਟ ਵਾਲਾ ਖੇਡ ਨਹੀਂ, ਕੰਮ ਹੈ ਲੋਕਾਂ ਦੇ ਸਾਹਮਣੇ। ਇਹ ਤਾਂ ਦੇ ਆਰ ਮੀਡੀਅਮ ਆਫ ਕਮਿਊਨੀਕੇਸ਼ਨ ਹੈ ਸਭ, ਲੋਕਾਂ ਤਾਈਂ ਆਪਣੀ ਗੱਲ ਪਹੁੰਚਾਈਏ। ਪਰ ਆਈ ਨਹੀਂ ਵੀ ਸਾਰੇ ਦਿਨ ਆਹੀ ਖੇਡੀ ਚਲੇ ਹੋ, ਲੋਕ ਹੜ੍ਹ 'ਚ ਡੁੱਬੇ ਖੜੇ ਹੈ, ਮੁੱਖ ਮੰਤਰੀ ਟਵੀਟਾਂ 'ਤੇ ਲੱਗੇ ਖੜੇ। ਮੁੱਖ ਮੰਤਰੀ ਸਾਹਿਬ ਨੇ ਤਾਂ ਟਵੀਟ ਕਰਤਾ, ਤੁਹਾਡਾ ਨਾਂ ਲੈ ਕੇ ਸਭ ਤੋਂ ਪਹਿਲਾਂ ਤੁਹਾਡਾ ਨਾਂ ਲਿਖਿਆ ਹੈਗਾ, ਤੇ ਟਵੀਟ ਕਰਕੇ ਕਹਿ ਕੇ ਉਹਨਾਂ ਨੂੰ ਕੰਮ ਕਰ ਲੈਣ ਦਿਓ ਤੇ ਸਿਆਸਤ ਨਾ ਕਰੋ। ਕੀ ਤੁਹਾਨੂੰ ਲੱਗਦਾ ਕਿ ਜਾਖੜ ਸਾਹਿਬ ਲੀਡਰ ਤਾਂ ਵੈਸੇ ਐਮਐਲਏ ਪੰਜਾਬ ਦੀ ਵਿਧਾਨ ਸਭਾ 'ਚ ਤੁਹਾਡੇ ਦੋ ਨੇ, ਨਾ ਤੁਹਾਡਾ ਸਭ ਤੋਂ ਪਹਿਲੀ ਕਤਾਰ 'ਚ ਉਹਨਾਂ ਨੇ ਪਾ ਦਿੱਤਾ? ਮੇਰਾ ਦੇਖੋ, ਮੇਰੇ ਅੱਜ ਮੈਂ ਉਹਨਾਂ ਗੱਲਾਂ 'ਤੇ ਨਹੀਂ ਕਰਨਾ ਚਾਹੁੰਦਾ, ਉਹ ਮੁੱਖ ਮੰਤਰੀ ਹੈ ਸਾਹਿਬ, ਜੋ ਵੀ ਹੈ ਉਹਨਾਂ ਦਾ, ਮੈਂ ਉਹਨਾਂ ਦਾ ਵੀ ਇਸ ਗੱਲ ਦਾ ਵੀ ਚਲੋ ਸੁਨੀਲ ਉਹਨਾਂ ਦੇ ਦਿਮਾਗ 'ਚ ਯਾਦ ਹੈ ਉਹਨਾਂ ਨੂੰ, ਆਹ ਵੀ ਇੱਕ ਮੇਰੇ ਨਿਮਾਣੇ ਜਿਹੇ ਬੰਦੇ ਵਾਸਤੇ ਬਹੁਤ ਵੱਡੀ ਗੱਲ ਹੈ। ਪਰ ਆਹ ਨਹੀਂ ਵੀ ਸੁਨੀਲ ਦਾ ਨਾਮ ਪਹਿਲਾਂ ਆ ਗਿਆ, ਸੁਨੀਲ ਦਾ ਨਾਮ ਨਾ ਆਵੇ, ਚੱਲ ਪਹਿਲਾਂ ਪੰਜਾਬ ਆਉਣਾ ਚਾਹੀਦਾ। ਜੇ ਲੋਕਾਂ ਦੀ ਮਦਦ ਕਰੀ ਜਾਂਦੇ ਆ ਵੀ ਪੋਲੀਟਿਕਸ ਨਹੀਂ ਕਰਦੇ, ਤਾਂ ਪੋਲੀਟਿਕਸ ਕਿਸੇ ਨਹੀਂ ਕੀਤੀ। 218 ਕਰੋੜ ਰੁਪਏ ਆਨੰਦਪ੍ਰੀਤ ਜੀ ਕੱਲ੍ਹ ਇਹਨਾਂ ਨੂੰ ਕੇਂਦਰ ਸਰਕਾਰ ਨੇ, ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹਨਾਂ ਨੂੰ ਸਾਰੇ ਜਿਹੜੇ ਨੋਰਮ ਸੀਗੇ ਉਹ ਹਟਾ ਕੇ ਵੀ ਉੱਥੇ ਪੰਜਾਬ 'ਚ ਮਦਦ ਦੀ ਲੋੜ ਹੈ। 218 ਕਰੋੜ ਤੇ 45 ਲੱਖ ਰੁਪਏ ਇਹਨਾਂ ਨੂੰ ਕੱਲ੍ਹ ਭੇਜੇ ਹੈ। ਭਗਵੰਤ ਮਾਨ ਜੀ, ਤੁਸੀਂ ਲੋਕਾਂ ਦੀ ਗੱਲ ਕਰੋਗੇ ਤਾਂ ਹਰੇਕ ਪਾਸੇ ਦਰਵਾਜ਼ੇ ਖੁੱਲ੍ਹੇ। ਅਸੀਂ ਮੈਂ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਧੰਨਵਾਦ ਕਰਦਾ, ਅਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਵੀ ਹੁਣ ਤੁਸੀਂ ਆਹ ਟਵੀਟ ਬਾਅਦ 'ਚ ਕਰ ਲਿਓ, ਲੋਕਾਂ ਦੀ ਜਾ ਕੇ ਮਦਦ ਕਰੋ। ਉੱਥੋਂ ਫੌਰੀ ਤੌਰ 'ਤੇ ਗਿਰਦਾਵਰੀਆਂ ਨਹੀਂ ਹੋਣੀ, ਪਾਣੀ ਨਿਕਲਣਾ ਨਹੀਂ, ਗਿਰਦਾਵਰੀ ਕਰੂਗਾ ਕਿਹੜਾ ਪਟਵਾਰੀ ਜਾ ਕੇ? ਉੱਥੇ ਪਾਣੀ ਨਹੀਂ ਨਿਕਲਣਾ, ਉੱਥੋਂ ਖੇਤਾਂ 'ਚ ਜਿਹੜਾ ਖੜਾ ਹੈ, ਜਿੱਥੇ ਕੋਈ ਨਿਕਾਸੀ ਦਾ ਰਿਸ਼ਤਾ ਸ਼ਹਿਰ 'ਚੋਂ ਨਹੀਂ ਨਿਕਲਦਾ, ਖੇਤਾਂ 'ਚ ਕਿੱਧਰ ਨਿਕਲੂਗਾ? ਉਹ ਤੁਸੀਂ ਜਾ ਕੇ ਸ਼ਾਹਕੋਟ ਵਾਲੇ ਇਲਾਕੇ 'ਚ ਦੇਖੋ ਕਿੱਡਾ ਵੱਡਾ ਨੁਕਸਾਨ ਹੋਇਆ, ਫਿਰੋਜ਼ਪੁਰ ਵਾਲੇ ਪਾਸੇ ਸਾਰਾ ਰੁੜਿਆ ਖੜਾ, ਇੱਥੇ ਪਟਿਆਲਾ ਘੱਗਰ ਦੇ ਮਾਰਚ ਆਏ ਖੜੇ, ਪਾਣੀ ਨਿਕਲਣਾ ਨਹੀਂ। ਅਤੇ ਜਦੋਂ ਤਾਈਂ ਗਿਰਦਾਵਰੀ ਨਹੀਂ ਹੁੰਦੀ, ਉਦੋਂ ਤਾਈਂ ਇੱਕ ਇੰਟਰਮ ਰਿਲੀਫ ਜਿਹਨੂੰ ਕਹਿੰਦੇ ਨਾ, ਉਹ ਪੈਸਾ ਤੁਸੀਂ ਆ ਗਿਆ, ਉਹ ਤੁਸੀਂ 218 ਕਰੋੜ ਰੁਪਏ ਤੁਹਾਨੂੰ ਬੀਜੇਪੀ ਦੇ ਸਰਕਾਰ ਨੇ, ਕੇਂਦਰ ਸਰਕਾਰ ਨੇ, ਮਾਨਯੋਗ ਪ੍ਰਧਾਨ ਮੰਤਰੀ ਨੇ ਸਪੈਸ਼ਲ ਰਿਲੈਕਸੇਸ਼ਨ ਨਹੀਂ। ਨੋਰਮਲੀ ਕੀ ਹੁੰਦਾ, ਪਹਿਲਾਂ ਵਾਲੇ ਜਿਹੜੇ ਪੈਸੇ ਭੇਜੇ ਉਹਨਾਂ ਦਾ ਅਕਾਊਂਟ ਭੇਜੋ,
ਯੂਟਿਲਾਈਜੇਸ਼ਨ ਸਰਟੀਫਿਕੇਟ ਦੇ ਬਿਨਾਂ ਨਹੀਂ ਰਿਲੀਜ਼ ਹੁੰਦੇ ਜੀ, ਉਹ ਸਾਰਾ ਵੇਵ ਆਫ ਕਰਤਾ। ਉਹਨਾਂ ਨੂੰ ਪਤਾ ਵੀ ਪਤਾ ਨਹੀਂ ਕਿੰਨੀਆਂ ਕੁ ਠੱਗੀਆਂ ਹੋਣੇ, ਕਿੰਨੇ ਕੁ ਉਸ ਪੈਸੇ 'ਚ ਸ਼ੀਸ਼ ਮਹਿਲ ਬਣੇ ਹੋਣੇ ਆ, ਕਿੰਨੇ ਕੁ ਇਹਨਾਂ ਨੇ ਹਵਾਈ ਜਹਾਜ਼ ਚਾਰਟਰ ਕੀਤੇ ਆ। ਕਹਿੰਦਾ ਉਹ ਗੱਲਾਂ ਬਾਅਦ 'ਚ ਕਰ ਲਾਂਗੇ, ਜਿਵੇਂ ਕਹਿੰਦਾ ਵੀ ਰਾਜਨੀਤੀ ਬਾਅਦ 'ਚ ਹੁੰਦੀ ਰਹੂਗੀ, ਹਿਸਾਬ ਕਿਤਾਬ ਬਾਅਦ 'ਚ ਲੈ ਲਾਂਗੇ, ਪੈਸੇ ਲਓ, ਲੋਕਾਂ ਨੂੰ ਵੰਡੋ। ਮੇਰੀ ਆਹ ਬੇਨਤੀ ਹੈ ਵੀ ਤੁਸੀਂ ਆਹ ਕੰਮ ਕਰੋ। ਪਰ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਹੈ ਕਿ ਕੇਂਦਰ ਸਾਡੇ ਨਾਲ ਧੱਕਾ ਕਰਦਾ ਹੈ, ਸਾਡੇ ਆਰਡੀਐਫ ਦੇ ਫੰਡ ਰੋਕ ਲਏ, ਸਾਡੇ ਐਨਐਚਐਮ ਦੇ ਜਿਹੜੇ ਪੈਸੇ ਬਣਦੇ ਸੀਗੇ ਪੰਜਾਬ, ਉਹਦੇ ਲਈ ਵੀ ਲੇਲੜੀਆਂ ਕੱਢਦਾ ਫਿਰਦਾ ਹੈ। ਉਹ ਕਹਿੰਦੇ ਅਸੀਂ ਹੁਣ ਭੀਖ ਨਹੀਂ ਮੰਗਣੀ, ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਤਾਂ ਕੀ ਜਾਖੜ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਲਈ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਤਰੀਜਾ ਮੁੱਖ ਮੰਤਰੀ ਸਾਹਿਬ ਸੱਦਾ ਦੇ ਦੇਣ ਆਲ ਪਾਰਟੀ ਮੀਟਿੰਗ ਦਾ, ਤਾਂ ਤੁਸੀਂ ਜਾਓਗੇ ਕੇਂਦਰ ਦੇ ਮੂਹਰੇ ਇਹ ਗੁਹਾਰ ਤੁਸੀਂ ਲਾਓਗੇ ਪੰਜਾਬ ਦੇ ਲਈ ਕਿ ਭਾਈ ਪੰਜਾਬ ਨੂੰ ਬਣਦਾ ਮਾਨਤਾ ਦਿਓ, ਪੈਸੇ ਦਿਓ ਉਹਦੇ? ਪਹਿਲੀ ਗੱਲ ਆਨੰਦਪ੍ਰੀਤ ਜੀ, ਜਿੱਥੇ ਪੰਜਾਬ ਦਾ ਮਸਲਾ ਆਊਗਾ ਕਿਸੇ ਦੀ ਲੋੜ ਵੀ ਨਹੀਂ ਪੈਣੀ ਪੰਜਾਬ ਵਾਸਤੇ। ਵੈਸੇ ਹੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਇੰਨਾ ਅਸਰ ਨਹੀਂ ਸਾਡੇ ਕਨੀ। ਦੇਖੋ, ਇੱਕ ਮਾਂ ਜਾਂ ਪਰਿਵਾਰ ਦੇ ਅੰਦਰ ਮਾਂ-ਬਾਪ ਦਾ ਆਪਣੇ ਹਰੇਕ ਬੇਟੇ ਬਰਾਬਰ ਹੁੰਦੇ, ਪਰ ਕੋਈ ਨਾ ਕੋਈ ਇੱਕ ਲਾਡਲਾ ਹੁੰਦਾ ਹੈ। ਮੈਂ ਸਮਝਦਾ ਵੀ ਪੰਜਾਬ ਕਨੀ ਬਹੁਤ ਹੀ ਸੁਖੱਲੀ ਸਵੱਲੀ ਅੱਖ ਹੈ ਮੋਦੀ ਸਾਹਿਬ ਦੀ, ਵੀ ਆ ਜੋ ਕੁਛ ਪੰਜਾਬ ਵਾਸਤੇ ਆ 218 ਕਰੋੜ ਰੁਪਏ ਤੇ ਮੰਗੇ ਨਹੀਂ ਹੋਣੇ, ਭਗਵੰਤ ਮਾਨ ਜੀ ਨੇ ਆ ਗਏ। ਇਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ। 200 ਕਰੋੜ ਰੁਪਏ ਜਾਂ ਐਡਾ ਵੱਡਾ ਨੁਕਸਾਨ ਕਿਉਂ ਹੋਇਆ ਆਨੰਦਪ੍ਰੀਤ ਜੀ? ਇਸ ਕਰਕੇ ਹੋਇਆ ਵੀ 4 ਤਰੀਕ ਨੂੰ ਮੌਸਮ ਵਿਭਾਗ ਨੇ ਅਲਰਟ ਕਰਤਾ ਸੀਗਾ ਵੀ ਪੰਜਾਬ ਦੇ ਅੰਦਰ ਬਹੁਤ ਭਾਰੀ ਬਰਸਾਤ ਹੋਣ ਦੀ ਆਸ਼ੰਕਾ ਹੈ। ਸਰਕਾਰ ਨਹੀਂ ਜਾਗੀ। 5 ਤਰੀਕ ਨੂੰ ਫੇਰ ਨੋਟਿਸ ਉਹਨਾਂ ਨੇ ਕੱਢਿਆ। 6 ਤਰੀਕ ਨੂੰ 7 ਤਰੀਕ ਨੂੰ ਉਹਨਾਂ ਨੇ ਔਰੰਜ ਅਲਰਟ ਕਰਤਾ ਵੀ ਇੱਥੇ ਹੜ੍ਹ ਆਉਣ ਵਾਲਾ ਹੈ, ਤਿਆਰ ਹੋ ਜਾਓ। 8 ਤਰੀਕ ਨੂੰ ਫੇਰ ਉਹੀ ਗੱਲ ਸੱਚ ਹੋ ਗਈ, ਉਹਨਾਂ ਨੇ ਫੇਰ ਉਹਨੂੰ ਰੈੱਡ ਅਲਰਟ ਕਰਤਾ। ਕੋਈ ਇੱਕ ਮੀਟਿੰਗ ਹੀ ਬੁਲਾ ਲੈਂਦੇ ਮੁੱਖ ਮੰਤਰੀ ਸਾਹਿਬ, ਕੋਈ ਨਾ ਕੋਈ ਜਿਹੜੀ ਪੈਸੇ ਖਰਚੇ ਜਿਹਦਾ ਉਹਨਾਂ ਨੇ ਹੁਣ ਹਿਸਾਬ ਕਿਤਾਬ ਨਹੀਂ ਮੰਗਿਆ ਪ੍ਰਧਾਨ ਮੰਤਰੀ ਜੀ ਨੇ ਵੀ ਚਲੋ ਲਾ ਦਿਓ, ਉਹ ਬਣਦਾ ਸੀ ਚੈੱਕ ਕਰਦੇ ਵੀ ਜਿਹੜੇ ਪੈਸੇ ਕਿਤੇ ਕੋਈ ਉਹਨੂੰ ਬੰਨਿਆ ਹੈ, ਕੋਈ ਕਿਤੇ ਬਾਂਧ ਬੰਨਿਆ ਹੈ ਜਾਂ ਕਿਤੇ ਕੋਈ ਨਾਲੇ ਸਾਫ਼ ਕੀਤੇ ਹੈ, ਦਰਿਆ ਦੇਖੇ ਹੈ, ਕੋਈ ਡਰੇਨੇਜ ਸਾਫ਼ ਕੀਤੀਆਂ, ਚੈੱਕ ਕਰ ਲਓ। ਸ਼ਹਿਰ ਡੁੱਬਣ ਵਾਲੇ ਜਿੱਥੇ ਕੰਢਿਆਂ ਦੇ ਉੱਤੇ ਹੈ ਉਹਨਾਂ ਦਾ ਦੇਖ ਲੈਂਦੇ, ਸ਼ਹਿਰਾਂ ਦੇ ਅੰਦਰ ਸੀਵਰ ਤੇ ਨਿਕਾਸੀ ਦਾ ਕੋਈ ਪ੍ਰਬੰਧ ਦੇਖ ਲੈਂਦੇ। ਨਹੀਂ ਕੀਤਾ ਸਾਹਿਬ। ਮੈਂ ਮੰਨਦਾ ਵੀ ਉਹਨਾਂ ਦੇ ਆਪ ਦੇ ਕੋਈ ਨਿੱਜੀ ਰੁਝੇਵੇਂ ਰਹੇ ਹੋਣੇ ਮੁੱਖ ਮੰਤਰੀ ਸਾਹਿਬ ਦੇ। ਕੋਈ ਇੱਥੇ ਪੰਚਕੂਲਾ 'ਚ ਉਸ ਦਿਨ ਕੇਜਰੀਵਾਲ ਸਾਹਿਬ ਆ ਗਿਆ, ਇੱਥੇ ਵੋਟਾਂ ਮੰਗਦੇ ਫਿਰਦੇ, ਇੱਧਰ ਪੰਜਾਬ ਡੁੱਬੀ ਜਾਂਦਾ। ਡੇਰਾ ਵਸੀ ਇੱਧਰਲੇ ਪਾਸੇ ਪੰਜਾਬ ਦੇ, ਜਿੱਥੇ ਆਪਾਂ ਬੈਠੇ ਹਾਂ ਆਹ ਪੰਚਕੂਲਾ ਹੈ, ਆਹ 2 ਕਿਲੋਮੀਟਰ ਤੇ ਇੱਥੋਂ ਡੇਰਾ ਬਸੀ ਚਾਲੂ ਜਾਂਦਾ, ਇੱਧਰ ਨਿਕਲਦੇ ਜ਼ੀਰਕਪੁਰ ਤੋਂ। ਉੱਥੇ ਤੁਸੀਂ ਉੱਥੇ ਡੇਰਾ ਬਸੀ ਡੁੱਬਿਆ ਪਿਆ, ਤੁਸੀਂ ਵੋਟਾਂ ਮੰਗਦੇ ਫਿਰਦੇ ਹੋ। ਮੇਰੀ ਇਹ ਬੇਨਤੀ ਹੈ, ਆਪਣੀ ਜ਼ਿੰਮੇਵਾਰੀ ਨਿਭਾਓ ਮੁੱਖ ਮੰਤਰੀ ਸਾਹਿਬ। ਅਸੀਂ ਪੰਜਾਬ ਦੇ ਨਾਲ ਖੜੇ ਹਾਂ। ਜੇ ਤੁਸੀਂ ਇੱਕ ਜਵਾਬ, ਇੰਨਾ ਟਾਈਮ ਉਹਨਾਂ ਨੇ ਅੱਜ ਟਵੀਟ ਤੇ ਲਾਇਆ, ਉੱਥੇ ਇੱਕ ਜਵਾਬ ਹੀ ਦੇ ਦਿੰਦੇ ਵੀ ਰਿਵਿਊ ਮੀਟਿੰਗ ਕਿਉਂ ਨਹੀਂ ਬੁਲਾਈ ਗਈ। 10 ਤਰੀਕ ਨੂੰ ਜਦੋਂ ਪੰਜਾਬ ਡੁੱਬ ਲਿਆ ਸੀ ਅੱਧਾ, ਉਦੋਂ ਚੀਫ ਸੈਕਟਰੀ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਵੀ ਰਿਵਿਊ ਮੀਟਿੰਗ ਕਰਾਂਗੇ ਸਾਹਿਬ। ਉਹ ਰਿਵਿਊ ਹੁਣ ਕਾਹਦਾ ਜੀ? ਹੁਣ ਤਾਂ ਰੁੜ ਗਿਆ ਕੰਮ। ਹੁਣ ਤਾਂ ਕੋਈ ਰਿਲੀਫ ਦੀ ਮੀਟਿੰਗ ਕਰੋ ਵੀ ਕਿੰਨੇ ਪੈਸੇ ਦੇ ਸਕਦੇ ਆ, ਸਾਡੇ ਕੋਲ ਹੈ ਜਾਂ ਨਹੀਂ ਹੈ। ਜਦੋਂ ਸਰਕਾਰ ਕੇਂਦਰ ਸਰਕਾਰ ਨੂੰ ਲਿਖਣ ਦਾ ਸਮਾਂ ਸੀਗਾ, ਉਦੋਂ ਤਾਂ ਰਿਵਿਊ ਮੀਟਿੰਗ ਕਰ ਰਹੇ ਸੀਗੇ। ਨਹੀਂ, ਸਰਕਾਰ ਨੇ 33 ਕਰੋੜ ਜਾਰੀ ਕਰਤੇ। 33 ਕਰੋੜ ਇੱਕ ਪਾਸੇ, 33 ਕਰੋੜ ਇੱਕ ਪਾਸੇ, 218 ਕਰੋੜ ਰੁਪਏ ਸਾਹਿਬ। ਕਿਹੜੇ 33 ਕਰੋੜ ਨਾਲ? ਉਦੋਂ ਜਦੋਂ ਰੁੜ ਗਿਆ ਸਾਰਾ ਕੰਮ, ਉਹਦੇ ਬਾਅਦ ਤੁਸੀਂ ਕਰਦੇ ਰਹੋ ਸਭ ਕੁਝ ਲੁਟਾ ਕੇ। ਹੁਣ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪਹਿਲੇ ਵਾਲੇ ਜਹਾਜ਼ਾਂ 'ਚ ਜਾਂਦੇ ਸੀ, ਮੈਂ ਗੱਡੀਆਂ 'ਚ ਜਾ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ। ਉਹ ਤਾਂ ਜਦੋਂ ਕਿਤੇ ਚਲੋ ਫਿਰ ਕਹਾਂਗੇ ਰਾਜਨੀਤੀ ਕਰੀ ਜਾਂਦੇ, ਉਹ ਜਦੋਂ ਦੇਖਾਂਗੇ ਵੀ ਇੱਥੋਂ ਲੈ ਕੇ ਮਦਰਾਸ ਤਾਈਂ ਇੱਥੋਂ ਚਾਰਟਰ ਜੈਟ ਜਾਂਦੇ ਹੈ, ਉਹ ਕਿਵੇਂ ਕਿਉਂ ਗਏ ਹੈ, ਕਿਹੜੇ ਜਹਾਜ਼ 'ਚ ਜਾਂਦੇ, ਪਰ ਆ ਗਏ। ਚਲੋ ਮੈਂ ਤਾਂ ਇੰਨਾ ਕਹਿ ਵੀ ਜਿਸ ਦਿਨ ਸੁਨੀਲ ਖਰੜ ਗਿਆ, ਮਗਰੋਂ ਮਗਰੀ ਪੈੜੋ ਪੈੜ ਨੱਪ ਕੇ ਉੱਥੇ ਜਾ ਵੜੇਗਾ, ਲੋ ਮੈਂ ਵੀ ਆ ਗਿਆ। ਅੱਛੀ ਗੱਲ ਹੈ, ਮੁਬਾਰਕ ਹੋ ਤੁਹਾਨੂੰ, ਆ ਤੁਹਾਡਾ ਫਰਜ਼ ਹੈ। ਮੈਂ ਜਾ ਕੇ ਉੱਥੇ ਮਾਤੜ ਕੀ ਹੈ, ਲੋਕਾਂ ਨੂੰ ਸੰਤਵਨਾ ਦੇ ਸਕਦਾ ਜਾਂ ਪਾਰਟੀ ਵਾਲੇ ਵਰਕਰਾਂ ਨੂੰ ਕਿਹਾ ਵੀ ਮਦਦ ਕਰੋ, ਵੀ ਕੋਈ ਨਾ ਕੋਈ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰੋ, ਇਹਨਾਂ ਨੂੰ ਕੋਈ ਮਦਦ ਪਹੁੰਚਾਓ, ਕੋਈ ਪਾਣੀ ਦੀ, ਕੋਈ ਲੰਗਰ ਦੀ। ਪਰ ਕੰਮ ਤਾਂ ਸਰਕਾਰ ਨੇ ਕਰਨਾ, ਮੁਆਵਜ਼ਾ ਤਾਂ ਸਰਕਾਰ ਨੇ ਦੇਣਾ। ਹੁਣ ਦਿਓ ਪੈਸੇ, ਆ ਗਏ, ਹੁਣ ਕਰੋ ਖੁੱਲ੍ਹੇ ਗੱਫੇ ਲੋਕਾਂ 'ਚ ਦਿਓ, ਲੋਕਾਂ ਦਾ ਜਿਹੜਾ ਨੁਕਸਾਨ ਹੋਇਆ। ਉਸੇ ਤਰ੍ਹਾਂ ਹੀ ਜੇ ਤੁਸੀਂ ਆਰਡੀਐਫ ਦੀ ਗੱਲ ਕਰਦੇ ਹੋ, ਆਰਡੀਐਫ ਦੀ ਦੇਖੋ ਸਭ ਪੂਰੀ ਗੱਲ ਹੈ, ਦੱਸਦੇ ਨਹੀਂ ਕੀਤਾ ਕੀ ਹੈ। ਕਹਿੰਦੇ ਆਰਡੀਐਫ ਸਾਨੂੰ ਜਿਹੜਾ ਰੋਕ ਰੱਖਿਆ, ਕਿਉਂ ਰੋਕਿਆ? ਪਹਿਲਾਂ ਤਾਂ ਇਸ ਗੱਲ ਦਾ ਦੇਖੋ ਜੀ। ਰੋਕਿਆ ਵੀ ਆਰਡੀਐਫ ਬਣਾਇਆ ਸੀਗਾ ਵੀ ਤੁਸੀਂ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ, ਜਿਹੜੀਆਂ ਮੰਡੀਆਂ ਹੈ, ਸੜਕਾਂ ਹੈ, ਜਿਹਦੇ ਕਰਕੇ ਐਡਾ ਵੱਡਾ ਮੰਡੀ ਸਿਸਟਮ ਕਾਮਯਾਬ ਹੋਇਆ, ਉਹ ਇਸ ਕਰਕੇ ਹੈ। ਉਹ ਪੈਸਾ ਆਰਡੀਐਫ ਦਾ ਉਹਦੇ 'ਚ ਲੱਗਦਾ। ਜਦੋਂ ਕੇਂਦਰ ਨੇ ਦੇਖਿਆ ਵੀ ਇੱਥੇ ਤਾਂ ਗੱਫੇ ਵੰਡੀ ਜਾਂਦੇ ਆ, ਇੱਧਰ ਉੱਧਰ ਕੋਈ ਜਹਾਜ਼ ਲਈ ਜਾਂਦੇ ਆ, ਕੋਈ ਹੋਰ ਕੰਮ ਕਰੀ ਜਾਂਦੇ ਆ, ਕੋਈ ਹੋਰ ਦਰਸ਼ਨਾਂ 'ਚ ਵੰਡੀ ਜਾਂਦੇ ਆ, ਉਹਨਾਂ ਨੇ ਉਸ 'ਤੇ ਰੋਕ ਲਾਤੀ। ਹੁਣ ਫੈਕਚੁਅਲ ਪੋਜੀਸ਼ਨ ਕੀ ਹੈ?
ਮੰਡੀ ਬੋਰਡ ਦਾ ਜਾਂ ਆਰਡੀਐਫ ਦਾ ਪੈਸਾ ਇਹਨਾਂ ਨੇ ਆਲਰੇਡੀ ਬੈਂਕਾਂ 'ਚ ਗਿਰਵੀ ਰੱਖਤਾ। ਆਉਣ ਵਾਲੀਆਂ 10 ਸਾਲਾਂ ਵਾਸਤੇ ਜਿਹੜਾ ਆਰਡੀਐਫ ਦਾ ਪੈਸਾ ਆਊਗਾ ਉਹ ਬੈਂਕਾਂ ਨੂੰ ਜਾਊਗਾ, ਨਾ ਕਿ ਸੜਕਾਂ ਤੇ ਲੱਗਣਾ। ਆ ਉਹਨਾਂ ਦਾ ਸਵਾਲ ਸੀਗਾ ਵੀ ਇਹਦਾ ਸਾਨੂੰ ਜਵਾਬ ਦੇ ਦਿਓ। ਤੁਸੀਂ ਕਹਿੰਦੇ ਹੋ ਅਸੀਂ ਸੜਕਾਂ ਤੇ ਲਾਵਾਂਗੇ, ਤੁਸੀਂ ਪੈਸੇ ਵਿਆਜ ਤੇ ਚੱਕੀ ਜਾਂਦੇ ਹੋ ਬੈਂਕਾਂ ਕੋਲੋਂ, ਇਹ ਪੈਸੇ ਨੂੰ ਤੁਸੀਂ ਉੱਥੇ ਉਹਨਾਂ ਕੋਲ ਗਿਰਵੀ ਰੱਖਤਾ ਕਿ ਸੜਕ ਕਿਵੇਂ ਲਾਓਗੇ ਤੁਸੀਂ, ਕਿਵੇਂ ਤੁਸੀਂ? ਉਹ ਕਹਿੰਦੇ ਨੇ ਪੈਚ ਵਰਕ। ਸਾਡੇ ਇੱਕ ਪੁਰਾਣੇ ਉਹਨਾਂ ਨੇ ਕਿਹਾ ਸੀਗਾ ਵੀ ਪੈਚ ਵਰਕ ਕਰਾਂਗੇ। ਪੈਚ ਵਰਕ ਵਾਲੇ ਪੈਸੇ ਨਹੀਂ ਬਚੇ। ਪੈਚ ਵਰਕ ਵਾਲੇ ਪੈਸੇ ਤਾਂ ਤੁਸੀਂ ਦੇਤੇ ਉੱਥੇ ਬੈਂਕ ਕੋਲ ਗਿਰਵੀ ਰੱਖਤੇ। ਜੇ ਹੁਣ ਪੈਸਾ ਤੁਸੀਂ ਬੈਂਕ 'ਚੋਂ ਕਢਾ ਕੇ ਇੱਕ ਜੇਬ 'ਚੋਂ ਇੱਧਰੋਂ ਕੱਢ ਲਿਆ, ਤੁਸੀਂ ਕਹਿੰਦੇ ਹੋ ਨਹੀਂ ਜੀ ਸਾਨੂੰ ਆਰਡੀਐਫ ਦਾ ਲੈਣਾ, ਉਹ ਜਾਊਗਾ ਬੈਂਕ 'ਚ। ਬੈਂਕ 'ਚੋਂ ਪੈਸਾ ਲੈ ਕੇ ਇਹਨਾਂ ਨੇ ਏਵੀਏਸ਼ਨ ਕੰਪਨੀ ਤੋਂ ਜਹਾਜ਼ ਲੈ ਲੈਣਾ। 1000 ਕਰੋੜ ਰੁਪਏ ਦਾ ਇਸ਼ਤਿਹਾਰ ਲਾਈ ਜਾਂਦੇ ਸਾਹਿਬ। 3000 ਕਰੋੜ ਰੁਪਏ ਦਾ ਇੰਨੇ ਸਾਲਾਂ ਦਾ ਇਹ ਝਗੜਾ ਬਣਾ ਰੱਖਿਆ। ਬਿਲਕੁਲ ਜਿੱਥੇ ਹੱਕ ਬਣਦਾ ਬਿਲਕੁਲ ਲੜਾਈ ਲੜਾਂਗੇ ਸਾਹਿਬ, ਪਰ ਇਹਦਾ ਤਾਂ ਜਵਾਬ ਦਿਓ ਵੀ ਆ ਪੈਸਾ ਲੱਗੂਗਾ ਕਿੱਥੇ। ਉਹ ਜਵਾਬ ਨਹੀਂ ਦੇ ਸਕੇ, ਉਹਨਾਂ ਨੇ ਰੋਕ ਲਿਆ ਸਾਹਿਬ। ਉਹਨਾਂ ਦੇ ਵੀ ਰਾਹ ਬਣਦਾ ਸੀਗਾ ਵੀ ਪੈਸੇ ਲੋਕਾਂ ਦੇ ਹੈ, ਨਾ ਮੋਦੀ ਸਾਹਿਬ ਦੇ ਜੇਬ 'ਚੋਂ ਆਉਣਾ, ਨਾ ਕੇਂਦਰ ਸਰਕਾਰ ਦੇ ਮੰਤਰੀ ਜਾਂ ਸੈਕਟਰੀ ਬੈਠੇ ਉਹਨਾਂ ਨੇ ਜੇਬ, ਨਾ ਸੁਨੀਲ ਨੇ ਦੇਣਾ, ਨਾ ਭਗਵੰਤ ਮਾਨ। ਲੋਕਾਂ ਦਾ ਪੈਸਾ ਸਾਹਿਬ ਤੁਸੀਂ ਇਸ਼ਤਿਹਾਰਾਂ 'ਚ ਗੋਲੀ ਜਾਂਦੇ ਹੋ, ਕੋਈ ਤਾਂ ਜਵਾਬਦੇਹੀ ਹੋਵੇ ਨਾ ਸਾਹਿਬ। ਇਹਨਾਂ ਗੱਲਾਂ ਦਾ ਜਵਾਬ ਹੋਣਾ ਚਾਹੀਦਾ ਸਾਹਿਬ। ਅਗਰ ਸੱਚੇ ਮੰਨਦੇ ਹੁੰਦੇ ਨਾ ਭਗਵੰਤ ਮਾਨ ਜੀ, ਜਦੋਂ ਇਹਨਾਂ ਨੇ ਮੀਟਿੰਗ ਬੁਲਾਈ ਸੀ ਸਾਰੇ ਚੀਫ ਮਿਨਿਸਟਰਸ ਦੀ, ਉੱਥੇ ਪਲੈਨਿੰਗ ਕਮਿਸ਼ਨ ਦੇ ਅੰਦਰ ਸਾਰਿਆਂ ਨੂੰ ਬੁਲਾਇਆ ਸੀ, ਉਹਨੂੰ ਜਾਣਾ ਚਾਹੀਦਾ ਸੀ, ਆਪਣੀ ਗੱਲ ਰੱਖਦੇ ਜੀ। ਪਰ ਉਹ ਕਹਿੰਦੇ ਨਾ ਵੀ ਆਪ ਦੇ ਮਨ ਦੇ ਅੰਦਰ ਚੋਰ ਸੀ ਵੀ ਉੱਥੇ ਜਿਹੜੇ ਬੈਠੇ ਹੈ ਉਹ ਸੁਣੀ ਨਹੀਂ ਜਾਂਦੀ। ਉਹ ਕਹਿੰਦੇ ਗੱਲ ਸੁਣਨੀ ਨਹੀਂ। ਜੇ ਤਾਂ ਉਹਨਾਂ ਨੂੰ ਪੁੱਛ ਲੈਣਾ ਸੀ ਵੀ ਆ ਕਿਵੇਂ ਆ ਲੱਗੂਗਾ ਜੀ ਪੈਸੇ, ਦੱਸ ਦਿਓ ਵੀ ਬੈਂਕਾਂ ਨਾਲ ਕੀ ਅਰੇਂਜਮੈਂਟ ਹੈ ਤੁਹਾਡਾ, ਗਿਰਵੀ ਰੱਖੇ ਹੋਏ ਹੈ ਕਿ ਨਹੀਂ ਰੱਖੇ ਹੋਏ। ਮੇਰਾ ਇੱਕ ਸਿੱਧਾ ਸਵਾਲ ਹੈ। 2 ਸਵਾਲ ਹੋ ਗਏ ਜੀ। ਇੱਕ ਤਾਂ ਰਿਵਿਊ ਮੀਟਿੰਗ ਹੋਈ ਜਾਂ ਨਹੀਂ ਹੋਈ, ਹੜ੍ਹ ਆਉਣ ਦੇ ਬਾਅਦ ਹੋਈ, ਉਹਦਾ ਕੀ ਫਾਇਦਾ ਸੀਗਾ। ਦੂਜੀ ਆ ਗੱਲ ਆ ਵੀ ਆ ਪੈਸਾ ਜਿਹੜਾ ਤੁਹਾਡਾ ਮੰਡੀ ਬੋਰਡ ਦੇ ਜਿਹੜੀ ਆਮਦਨ ਹੈ ਆਉਣ ਵਾਲੇ ਇੰਨੇ ਸਾਲ, ਆ ਤੁਸੀਂ ਗਿਰਵੀ ਰੱਖੀ ਹੈ ਕਿ ਨਹੀਂ ਰੱਖੀ ਬੈਂਕਾਂ 'ਚ। ਸਪਸ਼ਟ ਜੀ ਗੱਲ ਹੈ ਸਾਹਿਬ। ਇਹ ਸਾਰੇ ਇਹਨਾਂ ਦਾ ਜਵਾਬ ਕੋਈ ਤਿਆਰੀ ਕਰਕੇ ਲੈ ਕੇ ਜਾਣ ਉੱਥੇ। ਇੱਕ ਜਦੋਂ ਵੋਟਾਂ ਵਾਸਤੇ ਜਾਂਦੇ ਹੈ ਇੱਥੋਂ ਲੈ ਕੇ ਉੱਥੇ ਤਾਂ ਸਾਰਾ ਕੁਝ ਤੁਹਾਡੇ ਕੋਲ ਪੈਸਾ ਹੋਵੇ ਆਨੰਦਪ੍ਰੀਤ ਜੀ, ਬਿਲਕੁਲ ਮਦਦ ਕਰੋ। ਗਰੀਬਾਂ ਵਾਸਤੇ ਬਣੀ ਹੈ ਸਰਕਾਰ, ਲੋਕਾਂ ਦੀ ਸਰਕਾਰ ਹੈ, ਪਰ ਪੱਲੇ ਨਹੀਂ ਧੇਲਾ ਕਰਦੀ। ਮੇਲਾ ਤੁਸੀਂ ਇਸ਼ਤਿਹਾਰਾਂ 'ਤੇ ਹਜ਼ਾਰਾਂ ਰੁਪਏ, ਹਜ਼ਾਰਾਂ ਕਰੋੜ ਲਾ ਰਹੇ ਹੋ। ਇਹ ਸਾਡੀ ਹੈ ਚਿੰਤਾ। ਇਸ਼ਤਿਹਾਰਾਂ ਵਾਸਤੇ ਸੁਨੀਲ ਨਾ ਜਾਂਦਾ ਅੱਜ, ਨਾ ਜਾਂਦਾ ਕੱਲ੍ਹ। ਸੁਨੀਲ ਕਰੂਗਾ ਡਟ ਕੇ ਮੁਖਾਲਫਤ। ਪੰਜਾਬ ਦੀ ਗੱਲ ਕਰੋਗੇ ਵੀ ਕਿਸਾਨਾਂ ਨੂੰ ਆਉਣ ਵਾਲੇ 5 ਸਾਲ ਵਾਸਤੇ ਸਾਨੂੰ ਇਸ ਕਿਸਮ ਦੀ ਪ੍ਰਪੋਜ਼ਲ ਹੈ ਜੀ, ਇਸ ਪਾਸੇ ਕਿਸਾਨੀ ਨੂੰ ਮੋੜਨਾ ਚਾਹੁੰਦੇ ਆ, ਉਹਦੇ ਵਾਸਤੇ ਬਿਲਕੁਲ ਖੜੇ ਆ ਸਰ। ਕਰੋ ਕੋਈ ਗੱਲ ਪੰਜਾਬ ਦੀ, ਕੋਈ ਫੰਡਾਮੈਂਟਲ ਗੱਲ ਕਰੋ, ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ, ਸਾਰੀ ਗੱਲ ਕਰਾਂਗੇ। ਅੱਛਾ, ਪੰਜਾਬ ਦੇ ਵਿੱਚ ਨਾ ਪੰਜਾਬੀ ਜਿਹੜੇ ਨੇ ਉਹ ਜ਼ਿਆਦਾਤਰ ਇੱਕ ਪਰਸੈਪਸ਼ਨ ਬੀਜੇਪੀ ਦੇ ਬਾਰੇ ਬਣੀ ਹੋਈ ਹੈ ਕਿ ਬੀਜੇਪੀ ਉਹ ਐਂਟੀ ਮਿਨੋਰਟੀਜ਼ ਹੈ ਤੇ ਐਂਟੀ ਕਿਸਾਨ ਹੈ। ਇਸ ਪਰਸੈਪਸ਼ਨ ਨੂੰ ਤੁਸੀਂ ਕਿਵੇਂ ਤੋੜੋਗੇ? ਕੀ ਤੁਹਾਨੂੰ ਲੱਗਦਾ ਕਿ ਤੁਸੀਂ ਦਿਲਾਂ ਤੱਕ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦਿਲਾਂ ਤੋਂ ਦਿਲਾਂ ਤੱਕ ਸਾਂਝ ਹੈ, ਉਹ ਬਣਾਉਣ 'ਚ ਕਾਮਯਾਬ ਹੋ ਜਾਓਗੇ? ਲੋਕਾਂ ਦੇ ਅੰਦਰ ਜੋ ਭਰਮ ਭ੍ਰਾਂਤੀਆਂ ਸਾਹਿਬ, ਉਹ ਲੋਕਾਂ 'ਚ ਵੇਚਣ ਦਾ ਵੀ ਜਿਹੜਾ ਲੋਕਾਂ ਦੇ ਜੋ ਵੀ ਖਦਸ਼ੇ ਹੈ ਇੰਨੇ ਸਾਲਾਂ 'ਚ ਜੋ ਹੈ ਬਣਾਤਾ ਇਹਨਾਂ 'ਚ ਵੀ। ਇੱਕ ਤਾਂ ਸ਼ਹਿਰੀ ਪਾਰਟੀ ਹੈ ਜੀ, ਸ਼ਹਿਰੀ ਪਾਰਟੀ ਆਪੇ ਆਪ ਹੋ ਗਈ ਵੀ ਬਾਦਲ ਸਾਹਿਬ ਬੈਠੇ ਸੀਗੇ, ਬਾਦਲ ਸਾਹਿਬ ਦੇ ਮੂੰਹ ਨੂੰ ਉਹਨਾਂ ਨੇ ਵੀ ਪੰਜਾਬ ਦਾ ਬੀਜੇਪੀ ਦਾ ਕੋਈ ਵੀ ਲੀਡਰ ਪਿੰਡ 'ਚ ਜਾ ਵੜਦਾ ਸੀ, ਨਾਲ ਦੀ ਨਾਲ ਇੱਥੋਂ ਚੱਕ ਕੇ ਫੋਨ ਅਡਵਾਨੀ ਸਾਹਿਬ ਨੂੰ ਜਾਂ ਕਿ ਜੇਟਲੀ ਸਾਹਿਬ ਨੂੰ ਖੜਕਾ ਦਿੰਦੇ ਸੀ, ਦੇਖਿਓ ਜੀ ਕਿਤੇ ਤਾਂ ਸਾਡੇ ਅਖਤਿਆਰ 'ਚ ਵੜੀ ਜਾਂਦੇ। ਇਸ ਕਰਕੇ ਉਹ ਨਹੀਂ ਗਏ। ਪਰ ਆਹ ਤਾਂ ਨਹੀਂ ਵੀ ਅਸੀਂ ਕਿਸਾਨਾਂ ਦੇ ਖਿਲਾਫ ਹਾਂ। 80,000 ਕਰੋੜ ਰੁਪਏ ਦੇ ਕਰੀਬ ਖਾਦ ਦੇ ਉੱਤੇ ਸਬਸਿਡੀ ਸੀਗੀ ਆਨੰਦਪ੍ਰੀਤ ਜੀ ਜਦੋਂ 14 ਦੇ ਅੰਦਰ ਸਰਕਾਰ ਬਣੀ ਹੈ। 80,000 ਕਰੋੜ ਰੁਪਏ ਕਿਸਾਨਾਂ ਨੂੰ ਖਾਦ ਦੀ ਸਬਸਿਡੀ ਜਿਹੜੀ ਹੈ ਸੈਂਟਰ। ਅੱਜ ਪਤਾ ਕਿੰਨੀ ਹੈ ਜੀ? 2,80,000 ਕਰੋੜ ਤੋਂ ਵਧਾ ਕੇ ਹੁਣ ਪਿਛਲੇ ਸਾਲ 2,80,000 ਕਰੋੜ ਸੀ, ਹੁਣ ਐਤਕੀ 3.5 ਲੱਖ ਕਰੋੜ ਖਾਦ ਦੇ ਉੱਤੇ ਸਬਸਿਡੀ ਹੈ ਸਾਹਿਬ। ਪੰਜਾਬ ਦੇ ਕਿੰਨੇ ਛੋਟੇ ਕਿਸਾਨਾਂ ਨੂੰ, ਬਿਲਕੁਲ ਛੋਟੇ ਕਿਸਾਨਾਂ ਨੂੰ ਅੱਜ ਵੀ ਜਿਹੜੀ ਆ ਸਨਮਾਨ ਨਿਧੀ ਆ ਰਹੀ ਹੈ 500 ਰੁਪਏ ਮਹੀਨੇ ਦੇ ਹਿਸਾਬ ਨਾਲ ਆ ਰਹੀ ਹੈ ਸਾਹਿਬ। ਇਹਨਾਂ ਸਾਰਿਆਂ ਦੇ ਲੋਕਾਂ 'ਚ ਘਰਾਂ 'ਚ ਜਾ ਕੇ ਪੁੱਛੋ, ਉਹ ਹੈ ਵੀ ਉਹਨੂੰ ਕੋਈ ਗੋਲਦਾ ਨਹੀਂ, ਕਿਸੇ ਨੇ ਜਾ ਕੇ ਬਤਲਾਇਆ ਨਹੀਂ ਵੀ ਆਹ ਪੈਸੇ ਕਿੱਥੋਂ ਆ ਰਹੇ। ਮੋਦੀ ਸਾਹਿਬ ਹੀ ਭੇਜ ਰਹੇ ਉੱਥੋਂ, ਉਹਨਾਂ ਦੀ ਸਰਕਾਰ ਭੇਜ ਰਹੀ ਹੈ, ਬੀਜੇਪੀ ਦੀ ਸਰਕਾਰ ਭੇਜ ਰਹੀ ਹੈ। ਕਿਸਾਨਾਂ ਦੀ ਗੱਲ ਕਰਦੇ ਆ ਤਾਂ ਹੀ ਹਿੰਦੁਸਤਾਨ ਦੇ ਪੈਨ ਇੰਡੀਆ ਪਾਰਟੀ ਹੈ ਜੀ, ਇਕੱਲੇ ਪੈਨ ਇੰਡੀਆ, ਅਦਰਵਾਈਜ਼ ਵੀ ਦੁਨੀਆ ਦੇ ਅੰਦਰ ਅੱਜ ਦੇ ਦਿਨ ਸਾਰਿਆਂ ਤੋਂ ਲਾਰਜੈਸਟ ਪਾਰਟੀ ਹੈ। ਅਤੇ 303 ਸੀਟਾਂ ਹਿੰਦੁਸਤਾਨ ਦੇ ਹਰੇਕ ਖਿੱਤੇ 'ਚੋਂ ਆਈਆਂ, ਕਿਸਾਨਾਂ 'ਚੋਂ ਵੀ ਆਈ ਹੈ, ਸ਼ਹਿਰਾਂ 'ਚੋਂ ਵੀ ਆਈ ਹੈ, ਪਿੰਡਾਂ ਦੀ ਵੀ ਵੋਟਾਂ ਆਈ ਹੈ। ਉਹੀ ਕਿਸਾਨ ਇੱਥੇ ਹੈ। ਪਰ ਕਿਉਂਕਿ ਗਠਬੰਧਨ ਧਰਮ ਸੀਗਾ, ਅਕਾਲੀਆਂ ਨਾਲ ਗੱਠਜੋੜ ਸੀਗਾ, ਬਾਦਲ ਸਾਹਿਬ ਦੀ ਸ਼ਖਸੀਅਤ, ਉਹਨਾਂ ਦਾ ਜਿਸ ਕਿਸਮ ਦਾ ਪਿਆਰ ਵਾਜਪਾਈ ਸਾਹਿਬ ਨਾਲ, ਅਡਵਾਨੀ ਸਾਹਿਬ ਤੇ ਇਹਨਾਂ ਨਾਲ, ਆਪਣੇ ਚਾਹੇ ਅਮਿਤ ਸ਼ਾਹ ਜੀ ਜਾਂ ਨੱਡਾ ਸਾਹਿਬ, ਮੋਦੀ ਸਾਹਿਬ ਦੇ ਨਾਲ ਉਹਨਾਂ ਦੇ ਅੱਛੇ ਸੰਬੰਧ, ਇਸ ਕਰਕੇ ਉਹਨਾਂ ਨੇ ਉੱਥੇ ਉਹਨਾਂ ਨੂੰ ਨਹੀਂ ਜੀ ਪਿੰਡਾਂ 'ਚ ਤੁਸੀਂ ਛੱਡ ਦਿਓ, ਪਿੰਡ ਮੈਂ ਕਿਸਾਨ ਜਾਣ ਤੇ ਪਿੰਡ ਜਾਣ। ਬਾਦਲ ਸਾਹਿਬ ਦਾ ਅਸੀਂ ਮੈਂ ਬੈਠਾ ਨਾ, ਉਹਦੇ ਕਰਕੇ ਨੁਕਸਾਨ ਬਾਦਲ ਸਾਹਿਬ ਵੀ ਆਪਣਾ ਬਹੁਤ ਵੱਡਾ ਕਰਾ ਗਏ, ਨੁਕਸਾਨ ਬੀਜੇਪੀ। ਨੁਕਸਾਨ ਹੁਣ ਅਲੱਗ-ਅਲੱਗ ਹੋ ਕੇ ਵੀ ਦੋਵਾਂ ਧਿਰਾਂ ਦਾ ਹੋ ਗਿਆ।
ਇਸ ਕਰਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਕੱਠੇ ਹੋਣਾ ਚਾਹੀਦਾ। ਪਿਛਲੇ ਦਿਨਾਂ 'ਚ ਚਰਚਾ ਵੀ ਚੱਲੀ, ਤੁਸੀਂ ਕਹਿ ਰਹੇ ਹੋ ਕਿ ਨਿੱਕਾ ਭਰਾ ਨਹੀਂ ਹੋਏਗੀ, ਹੁਣ ਬੀਜੇਪੀ ਵੱਡੇ ਭਰਾ ਦੇ ਰੂਪ 'ਚ ਹੋਏਗੀ। ਵੱਡਾ ਭਰਾ ਪਿਆ ਜਦੋਂ 23 ਸੀਟਾਂ ਤੋਂ ਨਿਕਲ ਕੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਉੱਤੇ ਆ ਗਈ ਜੀ। ਫਿਰ ਤੁਸੀਂ ਅੱਜ ਵੀ ਜੇ ਕਹੋਗੇ ਨਹੀਂ ਕੋਈ ਹੋਰ ਆ ਕੇ ਮੈਨੂੰ ਉਂਗਲ ਫੜ ਕੇ ਤੋੜ ਦੂਗਾ, ਨਹੀਂ ਸਾਹਿਬ ਹੁਣ ਤਾਂ ਆਪਣੇ ਪੈਰਾਂ ਹੀ ਹੋਣਾ ਪਊਗਾ। ਕਿਸੇ ਦੇ ਟਾਈਮ ਵੇਟਸ ਫॉर ਨੋਬਡੀ ਸਾਹਿਬ। ਤੁਸੀਂ ਝਾਕੀ ਜਾਓ ਵੀ ਆਣਗੇ ਜੀ ਸਾਡੇ, ਕਿਉਂ ਆਣਗੇ ਸਾਹਿਬ? ਉਹ ਆਪਣਾ ਚੰਗਾ ਅਸੀਂ ਤਾਂ ਪੰਜਾਬ ਵਾਸਤੇ ਕਰਨਾ ਹੈ। ਟੁੱਟ ਗਿਆ ਸੀ, ਹੁਣ ਆਪ ਆਪਣੇ ਅੱਗੇ ਹੋ ਕੇ ਲੋਕਾਂ 'ਚ ਨਿਕਲਾਂਗੇ, ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਆਹ ਕੋਈ ਗੱਲ ਨਹੀਂ ਵੀ ਤੂੰ ਹੋਊਗਾ ਕਿ ਨਹੀਂ ਹੋਊਗਾ ਤੇ ਇੱਥੇ ਬੈਠੇ ਰਹੋ ਤੁਸੀਂ ਮਾਲਾ ਫੇਰਦੇ ਰਹੋ। ਨਹੀਂ ਸਾਹਿਬ, ਆਹ ਤਾਂ ਕੋਈ ਕਹਾਣੀ ਨਹੀਂ। ਗੱਲਬਾਤ ਤਾਂ ਚੱਲ ਰਹੀ ਹੈ। ਦੇਖੋ ਉਹ ਕਹਿੰਦੇ ਨੇ ਮੈਂ ਤਾਂ ਅਜੇ 4 ਦਿਨ ਤਾਂ ਹੋਏ ਨਹੀਂ, 3 ਦਿਨ ਹੋਏ ਨਹੀਂ ਮੈਨੂੰ ਬਣੇ ਨੂੰ, ਮੈਂ ਕਿਹੜੀ ਗੱਲਬਾਤ? ਕੋਈ ਗੱਲਬਾਤ ਨਹੀਂ ਸਾਹਿਬ। ਇੱਕੋ ਹੀ ਇਹਨਾਂ ਨੇ ਜਿਹੜਾ ਟਾਸਕ ਦਿੱਤਾ ਹੈ ਵੀ ਪੰਜਾਬ ਦੇ ਕੋਨੇ-ਕੋਨੇ 'ਚ ਬੀਜੇਪੀ ਦਾ ਸੰਦੇਸ਼ ਲੈ ਕੇ ਜਾਈਏ, ਲੋਕਾਂ ਦੀ ਭਰਮ ਭ੍ਰਾਂਤੀਆਂ ਦੂਰ ਕਰੀਏ ਵੀ ਅਸੀਂ ਪੰਜਾਬ ਦੀ ਪਾਰਟੀ ਆ, ਪੰਜਾਬ ਬੀਜੇਪੀ ਹੈ ਸਾਹਿਬ। ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੇ ਹੱਕਾਂ ਦੇ ਪਹਿਰਾ ਦੇਵਾਂਗੇ ਹਰੇਕ ਵਰਗ ਦਾ ਸਾਹਿਬ। ਫਿਰ ਉੱਥੇ ਆ ਜਾਣਾ ਮੈਂ ਮੁੜ ਕੇ ਗੁਰੂ ਨਾਨਕ ਸਾਹਿਬ ਦੇ, ਉਹਨਾਂ ਨੇ ਗੁਰੂ ਮਹਾਰਾਜ ਨੇ ਜੋ ਸਾਨੂੰ ਦਿੱਤਾ ਨਾ ਏਕ ਓਂਕਾਰ, ਇੱਕ ਹੈ ਪੰਜਾਬ। ਇਹਦੇ 'ਚ ਗਰੀਬ ਅਮੀਰ, ਕਿਸਾਨ ਮਜ਼ਦੂਰ, ਵਪਾਰੀ ਸ਼ਹਿਰੀ ਪੇਂਡੂ, ਹਰੇਕ ਖਿੱਤਾ ਜਿਹੜਾ ਹੈ ਉਹਨੂੰ ਸਾਰਿਆਂ ਨੂੰ ਉਹਨਾਂ ਦੇ ਵਾਸਤੇ ਪਹਿਰਾ ਲੜਾਈ ਮੇਰਾ ਤਾਂ ਗੁਰਮੰਤਰ ਹੈ ਸਾਹਿਬ। ਆਹੀ ਮੇਰੇ ਕੋਲ ਜਿਹੜੀ ਤੁਸੀਂ ਕਹਿ ਲਓ ਵੀ ਕੀ ਗਿੱਦੜ ਸਿੰਘੀ ਹੈ ਤੁਹਾਡੇ ਕੋਲ, ਆਹ ਗਿੱਦੜ ਸਿੰਘੀ ਹੈ, ਆਹ ਲੈ ਕੇ ਚੱਲੇ ਹਾਂ। ਬਹੁਤ ਸ਼ੁਕਰੀਆ ਸਮਾਂ ਦਿੱਤਾ। ਉਮੀਦ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਸ ਦੇ ਉੱਤੇ ਤੁਸੀਂ ਖਰੇ ਉਤਰੋਗੇ ਅਤੇ ਜਿਹੜੀਆਂ ਉਮੀਦਾਂ ਪੰਜਾਬ ਨੂੰ ਹੈ ਉਹਨਾਂ ਉਮੀਦਾਂ ਦੇ ਤੁਸੀਂ ਵੀ ਇੱਕ ਤਰੀਕੇ ਦੇ ਨਾਲ ਉਹਨਾਂ ਉਮੀਦਾਂ ਨੂੰ ਟੁੱਟਣ ਨਹੀਂ ਦਿਓਗੇ। ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਧੰਨਵਾਦ ਸਾਹਿਬ, ਥੈਂਕ ਯੂ ਸਰ। ਤਾਂ ਸੁਨੀਲ ਜਾਖੜ ਸਾਹਿਬ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਤੇ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ ਨੇ ਪਾਰਟੀ ਦੇ ਬਾਰੇ, ਉਹਨਾਂ ਦੇ ਵਿਜ਼ਨ ਕੀ ਹੈ ਪੰਜਾਬ ਨੂੰ ਲੈ ਕੇ, ਕਿਸ ਤਰੀਕੇ ਨਾਲ ਹੁਣ ਅੱਗੇ ਸੋਚ ਰਹੇ ਨੇ। ਤਾਂ ਖੁੱਲ੍ਹ ਕੇ ਗੱਲਾਂ ਬਾਤਾਂ ਉਹਨਾਂ ਨੇ ਕਰ ਦਿੱਤੀਆਂ ਨੇ ਤੇ ਤੁਸੀਂ ਇਸ ਮੁਲਾਕਾਤ ਨੂੰ ਕਿਵੇਂ ਦੇਖਦੇ ਹੋ? ਆਪਣੀ ਟਿੱਪਣੀ ਦੇ ਰੂਪ ਦੇ ਵਿੱਚ ਪ੍ਰਤੀਕਿਰਿਆ ਸਾਨੂੰ ਜ਼ਰੂਰ ਦੇਣਾ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।